सत श्री अकाल दोस्तों, स्वागत है ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਅਸੀਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਕਰੰਟ ਅਫੇਅਰ ਦੀ ਸੀਰੀਜ਼। ਇਸ ਸੀਰੀਜ਼ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਲਾਸਟ 6 ਮੰਥ ਦੇ ਕਰੰਟ ਅਫੇਅਰਸ ਕਵਰ ਕਰ ਰਹੇ ਹਾਂ ਤੇ ਇਹ ਜੋ ਕਰੰਟ ਅਫੇਅਰ ਨੇ ਬਹੁਤ ਸਪੈਸ਼ਲ ਨੇ ਨੈਬ ਤਹਿਸੀਲਦਾਰ ਦੇ ਐਗਜ਼ਾਮ ਦੇ ਲਈ ਐਂਡ ਉਦੋਂ ਬਾਅਦ ਜਿਹੜਾ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਹੋਣਾ ਉਸ ਦੇ ਲਈ ਵੀ ਬਹੁਤ ਇੰਪੋਰਟੈਂਟ ਨੇ। ਜਾਂ ਇਸ ਤੋਂ ਬਿਨਾਂ ਹੋਰ ਜਿੰਨੇ ਵੀ PPSC ਦੇ ਐਗਜ਼ਾਮ ਆਉਣ ਵਾਲੇ ਨੇ ਉਹਨਾਂ ਦੇ ਲਈ ਸਾਡੀ ਜੋ ਕਰੰਟ ਅਫੇਅਰ ਦੀ ਸੀਰੀਜ਼ ਆ ਉਹ ਨੈਕਸਟ ਵੀ ਆਉਂਦੀ ਰਹਿਣੀ ਆ, ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਹ ਜੋ ਕਰੰਟ ਅਫੇਅਰਸ ਨੇ ਅਸੀਂ ਇਹਨਾਂ ਨੂੰ ਦਾ ਹਿੰਦੂ ਨਿਊਜ਼ਪੇਪਰ ਤੋਂ ਕਵਰ ਕੀਤਾ ਆ, ਉਸ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਤੋਂ ਕਵਰ ਕੀਤਾ ਆ ਐਂਡ ਜੋ ਵੀ ਪੰਜਾਬ ਦੀ ਟ੍ਰਿਬਿਊਨ ਨਿਊਜ਼ਪੇਪਰ ਆਉਂਦੀ ਆ ਉਹਨਾਂ ਤਿੰਨਾਂ ਸੋਰਸਿਸ ਤੋਂ ਕਵਰ ਕਰਕੇ ਅਸੀਂ ਇਹ ਕਰੰਟ ਅਫੇਅਰ ਤਿਆਰ ਕੀਤੇ ਆ। ਤੇ ਇਸ ਸੀਰੀਜ਼ ਦੀ ਸਾਡੀ ਜੋ ਟੈਗ ਲਾਈਨ ਹੈ ਉਹ ਹੈ ਇਸ ਤੋਂ ਬਾਹਰ ਕੁਝ ਵੀ ਨਹੀਂ। ਇਹ ਸਾਡੀ ਟੈਗ ਲਾਈਨ ਹੈ। ਇਟ ਮੀਨਸ ਜੇ ਤੁਸੀਂ ਧਿਆਨ ਨਾਲ ਇਸ ਪੂਰੀ ਦੀ ਪੂਰੀ ਸੀਰੀਜ਼ ਨੂੰ ਦੇਖ ਲਿਆ, ਸਮਝ ਲਿਆ, ਰਿਵਾਈਜ਼ ਕਰ ਲਿਆ ਤਾਂ ਤੁਹਾਡੇ ਜਿਹੜੇ ਕਰੰਟ ਅਫੇਅਰ ਦੇ ਕੁਐਸਚਨ ਆਉਣਗੇ ਉਹ 80 ਤੋਂ ਲੈ ਕੇ 90% ਤੱਕ ਸਹੀ ਹੋਣਗੇ। ਇਹ ਸਾਡੀ ਗਾਰੰਟੀ ਹੈ ਜੀ, ਠੀਕ ਹੈ। ਇਹ ਸਾਡੀ ਗਾਰੰਟੀ ਹੈ ਜੇ ਤੁਸੀਂ ਧਿਆਨ ਨਾਲ ਕਰੋਗੇ। ਓਕੇ ਜੀ, ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜੋ ਇਸ ਤੋਂ ਸਟੱਡੀ ਮਟੀਰੀਅਲ ਮਿਲਣਾ ਆ ਉਹ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਆਉਣਗੇ ਉਹਨਾਂ ਦੇ ਲਈ ਬਹੁਤ ਵਧੀਆ ਹੋਊਗਾ, ਬਹੁਤ ਤੁਹਾਡੇ ਲਈ ਹੈਲਪਫੁਲ ਹੋਊਗਾ ਅਤੇ ਜੋ ਵੀ ਤੁਹਾਡਾ ਸੁਪਨਾ ਹੈ ਐਗਜ਼ਾਮ ਕਲੀਅਰ ਕਰਨ ਦਾ ਉਹਨੂੰ ਪੂਰਾ ਕਰੇਗਾ। ਨਾਲ ਦੀ ਨਾਲ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਜੋ ਵੀ ਮੈਂ ਕੁਐਸਚਨ ਪੁੱਛਦਾ ਹੁੰਦਾ ਤੁਹਾਡੇ ਕੋਲੋਂ ਵੀਡੀਓ ਦੇ ਵਿੱਚ ਉਹਦੇ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਕਰਿਆ ਕਰੋ। ਆਨਸਰ ਕਰਨ ਦੇ ਦੋ ਬੈਨੀਫਿਟ ਨੇ, ਇੱਕ ਤਾਂ ਹੋ ਸਕਦਾ ਤੁਹਾਨੂੰ ਆਉਂਦਾ ਹੋਵੇ, ਤੁਹਾਡੀ ਰਿਵੀਜ਼ਨ ਹੋ ਜੂਗੀ। ਦੂਸਰਾ ਜੇ ਨਹੀਂ ਆਉਂਦਾ ਤੁਸੀਂ ਫਾਈਂਡ ਆਊਟ ਜ਼ਰੂਰ ਕਰਿਆ ਕਰੋ ਉਸ ਕੁਐਸਚਨ ਦਾ ਆਨਸਰ ਕੀ ਹੈ ਅਤੇ ਉਸ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਿਆ ਕਰੋ। ਤੁਸੀਂ ਕੁਝ ਨਾ ਕੁਝ ਨਵਾਂ ਜ਼ਰੂਰ ਸਿੱਖੋਗੇ। ਚਲੋ ਸ਼ੁਰੂ ਕਰਦੇ ਹਾਂ ਜੀ। ਇੱਕ ਹੋਰ ਇੰਪੋਰਟੈਂਟ ਗੱਲ, ਜੇ ਤੁਹਾਨੂੰ ਇਸ ਵੀਡੀਓ ਦੀ PDF ਚਾਹੀਦੀ ਹੈ ਤਾਂ ਤੁਸੀਂ ਮੇਰਾ ਇੱਕ ਟੈਲੀਗ੍ਰਾਮ 'ਤੇ ਚੈਨਲ ਹੈ ਜਿਸ ਦਾ ਨਾਮ ਹੈ ਫਤਿਹ ਸਰ, ਠੀਕ ਹੈ ਜੀ। ਟੈਲੀਗ੍ਰਾਮ 'ਤੇ ਚੈਨਲ ਹੈ ਜਿਸ ਦਾ ਨਾਮ ਹੈ ਫਤਿਹ ਸਰ। ਇਸ ਚੈਨਲ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕੀਤਾ ਆ, ਤੁਸੀਂ ਉਸ ਚੈਨਲ ਨੂੰ ਜੁਆਇਨ ਕਰ ਲਓ ਅਤੇ ਤੁਹਾਨੂੰ ਉੱਥੇ ਇਸ ਲੈਕਚਰ ਦੀ ਜਾਂ ਹੋਰ ਜਿੰਨੇ ਵੀ ਮੈਂ ਲੈਕਚਰ ਅਪਲੋਡ ਕਰਦਾ ਆ ਉੱਥੇ ਉਹਦੀ PDF ਮਿਲ ਜਾਊਗੀ ਜੀ। ਚਲੋ ਸ਼ੁਰੂ ਕਰਦੇ ਹਾਂ। ਸਾਡਾ ਪਾਰਟ ਨੰਬਰ 3 ਹੈ ਇਹ। ਇਹ ਤੋਂ ਪਹਿਲਾਂ ਆਲਰੇਡੀ 2 ਪਾਰਟ ਆ ਚੁੱਕੇ ਨੇ। ਜੇ ਤੁਸੀਂ ਉਹ ਨਹੀਂ ਦੇਖੇ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਜ਼ਰੂਰ ਦੇਖ ਲਿਓ ਜੀ। ਸਾਡੀ ਫਸਟ ਜੋ ਨਿਊਜ਼ ਹੈ ਅੱਜ ਦੀ ਉਹ ਹੈ ਫੋਮੀਓ ਕਿਸਿਦਾ। ਇੱਕ ਪਰਸਨੈਲਿਟੀ ਦਾ ਨਾਮ ਹੈ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ PPSC ਦੇ ਵਿੱਚ ਆ ਜਾਂਦੇ ਆ, ਨਵੇਂ ਜੋ ਪਰਸਨੈਲਿਟੀ ਹੁੰਦੇ ਆ ਜੋ ਅਪਾਇੰਟ ਕੀਤੇ ਗਏ ਆ। ਇਹ ਜੋ ਫੋਮੀਓ ਕਿਸਿਦਾ ਹੈ ਇਹ ਨੇ ਨਿਊ ਪ੍ਰਾਈਮ ਮਿਨਿਸਟਰ ਆਫ ਦਾ ਜਾਪਾਨ। ਜੋ ਆਪਾਂ ਜਾਪਾਨ ਕੰਟਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ। ਇਹ ਕਿਸ ਪਾਰਟੀ ਤੋਂ ਬਿਲੋਂਗ ਕਰਦੇ ਨੇ? ਇਹ ਹੈਗੀ ਆ ਜੀ ਲਿਬਰਲ ਡੈਮੋਕ੍ਰੈਟਿਕ ਪਾਰਟੀ। ਇਹਨਾਂ ਦੀ ਪਾਰਟੀ ਦਾ ਨਾਮ ਵੀ ਜ਼ਰੂਰ ਯਾਦ ਰੱਖਿਓ। ਅਤੇ ਇਹ ਨੇ ਉਹ ਪਰਸਨੈਲਿਟੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਇਹ ਬਣਿਆ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ। ਹੁਣ ਆਪਾਂ ਜਾਪਾਨ ਕੰਟਰੀ ਨਿਊਜ਼ ਦੇ ਵਿੱਚ ਉਹਦਾ ਮੈਪ ਜ਼ਰੂਰ ਦੇਖਦੇ ਹਾਂ। ਇਹ ਹੈ ਜਾਪਾਨ। ਜਿਵੇਂ ਵਰਲਡ ਦੇ ਮੈਪ ਦੀ ਗੱਲ ਕਰਾਂ ਤਾਂ ਏਸ਼ੀਆ ਦਾ ਪਾਰਟ ਆ, ਖਾਸ ਕਰਕੇ ਈਸਟਰਨ ਏਸ਼ੀਆ, ਜਿਹੜਾ ਸਾਡਾ ਈਸਟ ਸਾਈਡ ਦਾ ਏਸ਼ੀਆ ਆ ਉਹਦਾ ਪਾਰਟ ਹੈ। ਇਹ ਸਾਡੇ ਕੋਲ ਰਸ਼ੀਆ ਦਾ ਕੁਛ ਪਾਰਟ ਮਿਲਦਾ ਆ, ਇੱਥੇ ਚਾਈਨਾ ਆ, ਸਾਊਥ ਕੋਰੀਆ, ਨਾਰਥ ਕੋਰੀਆ ਅਤੇ ਇਹ ਹੈ ਸਾਡੇ ਕੋਲ ਜਾਪਾਨ। ਜਾਪਾਨ ਸਾਨੂੰ ਨਾਰਥ ਪੈਸੀਫਿਕ ਓਸ਼ਨ ਦੇ ਏਰੀਆ 'ਚ ਮਿਲਦਾ ਆ, ਠੀਕ ਆ ਜੀ। ਇਹ ਹੈਗਾ ਸਾਡੇ ਕੋਲ ਸੀ ਆਫ ਜਾਪਾਨ ਕਿਉਂਕਿ ਇੱਦਾਂ ਦੇ ਕੁਐਸਚਨ ਬਣਦੇ ਆ। ਜਿਵੇਂ ਕਿ ਸਾਡੇ ਕੋਲ ਇੱਕ ਸਟ੍ਰੇਟ ਆ ਜਿਹਦਾ ਨਾਮ ਹੈਗਾ ਤੋਸਾਗਰੂ ਸਟ੍ਰੇਟ, ਇਹ ਵੀ ਬਹੁਤ ਇੰਪੋਰਟੈਂਟ ਆ। ਇਸ ਵਾਰ ਜੇ ਕਿਸੇ ਬੱਚੇ ਨੇ CDS ਦਾ ਐਗਜ਼ਾਮ ਦਿੱਤਾ ਹੋਵੇ ਜਾਂ CDS ਦਾ ਐਗਜ਼ਾਮ ਜਿਹੜਾ ਪੇਪਰ ਆ ਉਹ ਦੇਖਿਆ ਹੋਵੇ ਤਾਂ ਉੱਥੇ ਇਹ ਸਟ੍ਰੇਟ ਬਾਰੇ ਪੁੱਛਿਆ ਗਿਆ ਸੀਗਾ, ਇਸ ਸਟ੍ਰੇਟ ਬਾਰੇ। ਮਤਲਬ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਇੱਦਾਂ ਦੇ ਮੈਪ ਆ ਜਾਂ ਕੋਈ ਕੰਟਰੀ ਨਿਊਜ਼ ਦੇ ਵਿੱਚ ਆ ਉੱਥੋਂ ਵੀ ਕੁਐਸਚਨ ਬਣ ਜਾਂਦਾ, ਠੀਕ ਆ। ਯਾਦ ਰੱਖਣਾ ਕਿ ਜਿਹੜਾ ਇਹ ਸੋਗਰੂ ਸਟ੍ਰੇਟ ਆ ਇਹ ਸੀ ਆਫ ਜਾਪਾਨ ਐਂਡ ਨਾਰਥ ਪੈਸੀਫਿਕ ਓਸ਼ਨ ਨੂੰ ਕਨੈਕਟ ਕਰਦੀ ਆ। ਸਟ੍ਰੇਟ ਕੀ ਹੁੰਦੀ ਹੈ? ਇੱਕ ਇੱਦਾਂ ਦੀ ਵਾਟਰ ਬੋਡੀ ਜੋ ਦੋ ਵੱਡੀਆਂ ਵਾਟਰ ਬੋਡੀਜ਼ ਨੂੰ ਕਨੈਕਟ ਕਰਦੀ ਆ। ਯਾਦ ਰੱਖਿਓ ਸਟ੍ਰੇਟ ਇਹ ਹੁੰਦੀ ਆ ਜੀ। ਇੱਕ ਕੁਐਸਚਨ ਆ ਤੁਹਾਡੇ ਲਈ ਕਿ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਵੀ ਇੱਕ ਸਟ੍ਰੇਟ ਆ ਜੀ। ਇੰਡੀਆ ਐਂਡ ਸ਼੍ਰੀਲੰਕਾ ਦੇ ਵਿੱਚ ਤੁਸੀਂ ਦੱਸਣਾ ਉਸ ਸਟ੍ਰੇਟ ਦਾ ਨਾਮ ਕੀ ਆ, ਇੰਡੀਆ ਐਂਡ ਸ਼੍ਰੀਲੰਕਾ, ਠੀਕ ਹੈ। ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਸਾਡੇ ਕੋਲੇ CCAMLR। ਇਸ ਦੀ ਫੁੱਲ ਫਾਰਮ ਕੀ ਹੈ? ਕਨਵੈਨਸ਼ਨ ਔਨ ਕੰਜ਼ਰਵੇਸ਼ਨ ਆਫ ਐਂਟਾਰਕਟਿਕ ਮੈਰਾਈਨ ਲਿਵਿੰਗ ਆਰਗੈਨਿਜ਼ਮ। ਜੋ ਸਾਡਾ ਐਂਟਾਰਕਟਿਕ ਏਰੀਆ ਹੈ ਉਹਦੀ ਜੋ ਮੈਰਾਈਨ ਔਰ ਰਿਸੋਰਸਿਸ ਨੇ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਨਾ, ਕੰਜ਼ਰਵ ਕਰਨਾ। ਜਿਹੜੀ ਇਹ CCAMLR ਦੀ ਐਸਟੈਬਲਿਸ਼ਮੈਂਟ ਹੋਈ ਸੀਗੀ 1982 ਦੇ ਵਿੱਚ। ਇੱਕ ਇੰਟਰਨੈਸ਼ਨਲ ਕਨਵੈਨਸ਼ਨ ਹੈ। ਓਬਜੈਕਟਿਵ ਇਹਦਾ ਕੀ ਹੈ? ਜਿਵੇਂ ਆਪਾਂ ਹੁਣੇ ਗੱਲ ਕਰ ਕੱਟੇ ਹਾਂ ਕਿ ਇਹਨੇ ਕੰਜ਼ਰਵ ਕਰਨਾ ਹੈ ਐਂਟਾਰਕਟਿਕਾ ਦੀ ਮੈਰਾਈਨ ਲਾਈਫ ਨੂੰ। ਜਿੰਨੀ ਵੀ ਉੱਥੇ ਮੈਰਾਈਨ ਲਾਈਫ ਆ ਮੀਨਸ ਸਮੁੰਦਰੀ ਜੀਵ ਜਿਹੜੇ ਹੈਗੇ ਐਂਟਾਰਕਟਿਕਾ ਦੇ ਉਹਨਾਂ ਨੂੰ ਕੰਜ਼ਰਵ ਕਰਨਾ ਸੀ ਕਿਉਂਕਿ ਨੇਚਰ ਨੂੰ ਜੇ ਅਸੀਂ ਕੰਜ਼ਰਵ ਕਰਕੇ ਰੱਖਾਂਗੇ ਤਾਂ ਹੀ ਅਰਥ 'ਤੇ ਬੈਲੈਂਸ ਬਣਿਆ ਰਹਿੰਦਾ। ਜੇ ਇਸ ਬੋਡੀ ਦੇ ਸੈਕਟਰੀਏਟ ਦੀ ਗੱਲ ਕਰੀਏ ਤਾਂ ਸਾਨੂੰ ਮਿਲਦਾ ਆਸਟ੍ਰੇਲੀਆ ਦੇ ਵਿੱਚ। ਜੋ ਤਸਮਾਨੀਆ ਆ, ਇੱਕ ਉੱਥੋਂ ਦਾ ਸਟੇਟ ਆ ਤਸਮਾਨੀਆ ਆਸਟ੍ਰੇਲੀਆ ਦਾ, ਉੱਥੇ ਇਹਦਾ ਸੈਕਟਰੀਏਟ ਮਿਲਦਾ ਆ। ਇੰਡੀਆ ਨੇ ਵੀ
ਅੰਟਾਰਕਟਿਕਾ ਵਿੱਚ ਆਪਣੇ ਕੁਛ ਜਿਹੜੇ ਡਿਵੈਲਪਮੈਂਟ ਲਾਈ ਹੈ, ਇਨਫਰਾਸਟਰਕਚਰ ਡਿਵੈਲਪਮੈਂਟ ਕੀਤੀ ਹੈ ਇੰਡੀਆ ਨੇ ਵੀ ਆਪਦੀ ਅੰਟਾਰਕਟਿਕਾ 'ਤੇ। ਇੱਕ ਤਾਂ ਹੈਗਾ ਸਾਡੇ ਕੋਲੇ ਭਾਰਤੀ ਸਟੇਸ਼ਨ, ਉੱਥੇ ਅਸੀਂ 3 ਸਟੇਸ਼ਨ ਲਾਇਆ ਭਾਰਤੀ, ਜੋ ਕਿ 2015 ਵਿੱਚ ਬਣਾਇਆ ਗਿਆ। ਇੱਕ ਹੈਗਾ ਜੀ ਮੈਤਰੀ, ਇਹ ਅਸੀਂ ਇਸ ਤੋਂ ਪਹਿਲਾਂ ਬਣਾਇਆ ਸੀਗਾ। ਅਤੇ ਜੋ ਸਭ ਤੋਂ ਪੁਰਾਣਾ ਸਾਡਾ ਉੱਥੇ ਇੱਕ ਸਟੇਸ਼ਨ ਆ ਉਹ ਹੈਗਾ ਜੀ ਦਕਸ਼ਿਣ ਗੰਗੋਤਰੀ। ਸਭ ਤੋਂ ਪੁਰਾਣਾ ਹੈ ਸਾਡਾ ਦਕਸ਼ਿਣ ਗੰਗੋਤਰੀ, ਇਹ ਅਸੀਂ 1984 ਦੇ ਵਿੱਚ ਬਣਾਇਆ ਸੀਗਾ। ਮੀਨਸ ਤੁਸੀਂ ਯਾਦ ਰੱਖਣੇ ਆ, ਸਾਡੇ 3 ਉੱਥੇ ਇਨਫਰਾਸਟਰਕਚਰ ਡਿਵੈਲਪਮੈਂਟ ਪ੍ਰੋਜੈਕਟ ਨੇ ਜਾਂ 3 ਸਟੇਸ਼ਨ ਨੇ। ਸਭ ਤੋਂ ਪਹਿਲਾਂ ਦਕਸ਼ਿਣ ਗੰਗੋਤਰੀ, ਸੈਕਿੰਡ ਨੰਬਰ 'ਤੇ ਮੈਤਰੀ ਐਂਡ ਥਰਡ ਨੰਬਰ 'ਤੇ ਸਾਡੇ ਕੋਲ ਹੈਗਾ ਭਾਰਤੀ। ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਅੰਟਾਰਕਟਿਕਾ ਦਾ ਏਰੀਆ, ਜੇ ਉਹਨੂੰ ਮੈਪ ਦੇ ਰਾਹੀਂ ਦੇਖਿਆ, ਇਹ ਹੈਗਾ ਅੰਟਾਰਕਟਿਕਾ। ਸਾਡੇ ਵਰਲਡ ਦੇ ਵਿੱਚ ਟੋਟਲ 7 ਕੌਂਟੀਨੈਂਟਸ ਨੇ, ਏਸ਼ੀਆ, ਅਫਰੀਕਾ, ਸਾਊਥ ਅਮਰੀਕਾ, ਨਾਰਥ ਅਮਰੀਕਾ, ਯੂਰੋਪ, ਆਸਟ੍ਰੇਲੀਆ ਐਂਡ ਅੰਟਾਰਕਟਿਕਾ, ਇਹ 7 ਨੇ ਟੋਟਲ। ਹੁਣ ਇਸ ਏਰੀਏ ਦੇ ਨਾਲ ਲੱਗਦੇ ਕੁਝ ਇੰਪੋਰਟੈਂਟ ਏਰੀਆਜ਼, ਜਿਵੇਂ ਸੀਜ਼ ਦੀ ਗੱਲ ਕਰੀਏ, ਵੈਡਲ ਸੀਜ਼, ਇਹ ਵੀ ਕਾਫੀ ਨਿਊਜ਼ 'ਚ ਰਹਿੰਦਾ ਆ। ਏਰੀਆ ਸਾਡਾ ਨਾਰਥ ਅਮਰੀਕਾ ਵਾਲਾ ਪਾਰਟ, ਇਹ ਆਸਟ੍ਰੇਲੀਆ ਵਾਲਾ ਪਾਰਟ, ਇਹ ਹੈਗਾ ਸਾਡੇ ਕੋਲੇ ਅਫਰੀਕਾ ਵਾਲਾ ਪਾਰਟ। ਮਤਲਬ ਜਿਹੜਾ ਇਹ ਏਰੀਆ ਆ ਇਹ ਸਾਨੂੰ ਐਟਲਾਂਟਿਕ ਓਸ਼ਨ ਵਿੱਚ ਮਿਲਦਾ, ਜਿਹੜਾ ਇਹ ਵਾਲਾ ਏਰੀਆ ਜਿਹੜਾ ਮੈਂ ਮਾਰਕ ਕਰ ਰਿਹਾ ਇਹ ਸਾਨੂੰ ਮਿਲਦਾ ਜੀ ਪੈਸੀਫਿਕ ਓਸ਼ਨ ਦੇ ਵਿੱਚ, ਤਾਂ ਜੋ ਬਾਕੀ ਬਚਿਆ ਇਹ ਸਾਨੂੰ ਮਿਲਦਾ ਆ ਇੰਡੀਅਨ ਓਸ਼ਨ ਦੇ ਵਿੱਚ। ਏਰੀਆ ਸਾਡਾ ਇੰਡੀਅਨ ਓਸ਼ਨ। ਕਈ ਵਾਰ ਇੱਦਾਂ ਦੇ ਕਿਸੇ ਨਾ ਕਿਸੇ ਸੀ ਦੀ ਗੱਲ, ਜਿਵੇਂ ਰੋਜ਼ ਸੀ ਦੇਖੀ ਆਪਾਂ, ਆਹ ਪਿਆ ਸਾਡੇ ਕੋਲ ਰੋਜ਼ ਸੀ, ਇਹ ਵੀ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹ ਜਿਹੜਾ ਇੱਥੇ ਇੱਕ ਗਲੇਸ਼ੀਅਰ ਆ ਉਹ ਪਿਘਲ ਰਿਹਾ ਉੱਥੋਂ। ਠੀਕ ਆ, ਇੱਦਾਂ ਦੀਆਂ ਗੱਲਾਂ ਧਿਆਨ 'ਚ ਰੱਖਿਓ, ਐਗਜ਼ਾਮ ਦੇ ਵਿੱਚ ਕੁਐਸਚਨ ਬਣਦੇ ਆ ਜੀ। ਚਲੋ ਨੈਕਸਟ ਚੱਲਦੇ ਹਾਂ। ਐਸਟਰੋ ਇੱਕ ਐਮਾਜ਼ੋਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੋਮ ਰੋਬੋਟ ਆ ਜੀ। ਇਹ ਰੋਬੋਟ ਆ, ਧਿਆਨ ਰੱਖਿਓ। ਦਿਖਾਈ ਕਿੱਦਾਂ ਦਾ ਦਿੰਦਾ, ਪਹਿਲਾਂ ਆਪਾਂ ਦੇਖ ਲਈਏ ਇਹਦੀ ਫੋਟੋ, ਇੱਦਾਂ ਦਾ ਦਿਖਾਈ ਦਿੰਦਾ ਜੀ। ਠੀਕ ਹੈ, ਹੁਣ ਇਹ ਤਾਂ ਸਾਨੂੰ ਪਤਾ ਲੱਗ ਗਿਆ ਇਹਨੂੰ ਡਿਜ਼ਾਈਨ ਕਿਹਨੇ ਕੀਤਾ, ਐਮਾਜ਼ੋਨ ਨੇ। ਹੈ ਕੀ ਆ, ਰੋਬੋਟ ਆ ਜੋ ਕਿ ਘਰ ਦੇ ਵਿੱਚ ਰਖਵਾਲੀ ਕਰੂਗਾ। ਇਹਦਾ ਕੰਮ ਕੀ ਹੈ, ਇਸ ਕਰਕੇ ਡਿਜ਼ਾਈਨ ਕੀਤਾ ਗਿਆ ਤਾਂ ਕਿ ਇਹ ਹੈਲਪ ਕਰ ਸਕੇ ਕਸਟਮਰਸ ਦੀ, ਉਹਨਾਂ ਦੇ ਘਰ ਦੀ ਰਖਵਾਲੀ ਕਰਨ ਦੇ ਲਈ, ਮੋਨੀਟਰਿੰਗ ਕਰਨ ਦੇ ਲਈ, ਅਤੇ ਹਮੇਸ਼ਾ ਫੈਮਿਲੀ ਨੂੰ ਆਪਣੇ ਘਰ ਦੇ ਟੱਚ ਵਿੱਚ ਰੱਖੇ। ਮੀਨਸ ਕੋਈ ਬਾਹਰ ਘੁੰਮਣ ਵਗੈਰਾ ਗਿਆ ਜਾਂ ਕੋਈ ਅੰਦਰ ਬੈਠਾ ਆ ਤਾਂ ਇਹ ਬਾਹਰ ਦੀ ਰਖਵਾਲੀ ਕਰੂਗਾ। ਜਿਵੇਂ ਕਈ ਲੋਕਾਂ ਨੇ ਘਰਾਂ ਵਿੱਚ ਪੈਟ ਰੱਖੇ ਹੁੰਦੇ ਨਾ, ਡੌਗਸ ਵਗੈਰਾ, ਉਹੀ ਕੰਮ ਹੁਣ ਇਲੈਕਟ੍ਰੋਨਿਕ ਡਿਵਾਈਸ ਕਰਦੇ ਆ। ਇਹਨੇ ਕੈਪਚਰ ਕਰ ਲੈਣੀ ਆ ਲਾਈਵ ਵੀਡੀਓ ਜੋ ਹੋ ਰਹੀ ਹੈ, ਜੋ ਫੇਸ ਨੇ ਉਹ ਰਿਕਗਨਾਈਜ਼ ਕਰ ਲੈਂਦਾ ਆ, ਕੁਛ ਮਿਊਜ਼ਿਕ ਵਗੈਰਾ ਚੱਲ ਰਿਹਾ ਉਹ ਵੀ ਇਹਦੇ ਵਿੱਚ ਚੱਲਦਾ ਰਹਿੰਦਾ ਆ, ਵੀਡੀਓਜ਼ ਵਗੈਰਾ ਚੱਲ ਰਹਿਣਗੀਆਂ ਇਹਨਾਂ ਨੂੰ ਰਿਕੋਗਨਾਈਜ਼ ਕਰੂਗਾ ਅਤੇ ਐਨਾਲਾਈਜ਼ ਕਰਦਾ ਆ। ਜਿੰਨਾ ਚਿਰ ਇਹ ਦੇਖੂਗਾ ਕਿ ਸਾਡੇ ਫੈਮਿਲੀ ਦੇ ਬੰਦੇ ਆ, ਇੱਕ ਆਊਟਸਾਈਡਰ ਆ, ਜਦੋਂ ਇਹ ਆਊਟਸਾਈਡਰ ਲੱਗੂਗਾ ਅਤੇ ਕੋਈ ਨਾ ਕੋਈ ਨੋਇਸ ਕਰੂਗਾ, ਜਿਹਨੂੰ ਲੱਗੂਗਾ ਕਿ ਇਹ ਬੰਦਾ ਸਾਡੀ ਫੈਮਿਲੀ ਦਾ ਨਹੀਂ ਹੈਗਾ। ਮੀਨਸ ਇਹਦੇ ਵਿੱਚ ਜਿੰਨੇ ਵੀ ਫੈਮਿਲੀ ਦੇ ਬੰਦੇ ਨੇ, ਰਿਸ਼ਤੇਦਾਰ ਨੇ, ਉਹਨਾਂ ਦੀਆਂ ਫੋਟੋਜ਼ ਕੈਪਚਰ ਕਰਕੇ ਇਹਦੇ ਵਿੱਚ ਸਟੋਰ ਕੀਤੀਆਂ ਜਾਣਗੀਆਂ। ਉਦੋਂ ਬਾਅਦ ਇਹ ਫੇਸ ਰੀਡਿੰਗ ਕਰੂਗਾ, ਫਿਰ ਰਿਕਗਨਾਈਜ਼ ਕਰੂਗਾ। ਜੇ ਲੱਗਣਗੇ ਘਰ ਦੇ ਬੰਦੇ ਆ ਫਿਰ ਇਹਨੇ ਕੁਛ ਨਹੀਂ ਕਹਿਣਾ, ਨਹੀਂ ਤਾਂ ਇਹ ਆਵਾਜ਼ ਕਰੂਗਾ ਜੀ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਸਾਡੇ ਕੋਲੇ, ਨੈਸ਼ਨਲ ਐਸਟ ਰੀਕਨਸਟਰਕਸ਼ਨ ਕੰਪਨੀਜ਼। RBI ਨੇ ਇੱਕ ਲਾਇਸੈਂਸ ਦਿੱਤਾ ਇਹ ਕੰਪਨੀ ਨੂੰ, NARLC, ਜਿਹਦੀ ਫੁੱਲ ਫਾਰਮ ਆ ਸਾਡੇ ਕੋਲੇ ਨੈਸ਼ਨਲ ਐਸਟ ਰੀਕਨਸਟਰਕਸ਼ਨ ਕੰਪਨੀ। ਇਹ ਕੰਪਨੀ ਦੀ ਜਿਹੜੀ ਕੀਮਤ ਆ ਉਹ ਹੈਗੀ ਆ 6000 ਕਰੋੜ, 6000 ਕਰੋੜ ਕੰਪਨੀ ਦੀ ਕੀਮਤ ਆ। ਅੱਗੇ ਦੱਸਦੇ ਹਾਂ ਕਿ ਹੁੰਦੀਆਂ ਕੀ ਆ। ਹੈਲਪ ਕਰੂਗੀ ਜਿਹੜੀਆਂ ਨੈਸ਼ਨਲ ਐਸਟ ਰੀਕਨਸਟਰਕਸ਼ਨ ਕੰਪਨੀਜ਼ ਆ ਸਟਾਰਟ ਕਰਨ ਦੇ ਲਈ ਬੈਡ ਬੈਂਕਸ ਨੂੰ। ਇਹਨਾਂ ਨੇ ਕੀ ਕਰਨਾ ਆ, ਇਹ ਮੂਵ ਜਿਹੜੀ ਆ ਸਟਾਰਟ ਕਰੂਗੀ ਜੋ ਬੈਡ ਬੈਂਕ ਆ ਉਹਨਾਂ ਨੂੰ ਸਟਾਰਟ ਕਰਨ ਦੇ ਲਈ। ਬੈਡ ਬੈਂਕ ਕੀ ਹੁੰਦੀਆਂ ਆਪਾਂ ਦੇਖਦੇ ਹਾਂ ਜੀ। ਬੈਡ ਬੈਂਕ ਉਹ ਬੈਂਕਾਂ ਨੇ ਜਿਨ੍ਹਾਂ ਨੂੰ ਅਸੀਂ ARC ਵੀ ਕਹਿੰਦੇ ਹਾਂ, ਮੀਨਸ ਐਸਟ ਰੀਕਨਸਟਰਕਸ਼ਨ ਕੰਪਨੀਜ਼ ਵੀ ਕਹਿੰਦੇ ਹਾਂ। ਇਹਨਾਂ ਦਾ ਕੰਮ ਕੀ ਆ ਕਿ ਜੇ ਕੋਈ ਬੈਂਕ ਆ, ਇਹਨੂੰ ਸਿੰਪਲੀ ਪਹਿਲਾਂ ਮੈਂ ਸਮਝਾ ਦੇਵਾਂ, ਠੀਕ ਹੈ। ਇੱਕ ਨੀਚੇ ਮੈਂ ਫੋਟੋ ਦਿੱਤੀ ਹੈ, ਫਿਰ ਮੈਂ ਤੁਹਾਨੂੰ ਇਹਨਾਂ ਨੂੰ ਡਿਟੇਲ 'ਚ ਦੱਸੂਗਾ ਜੀ। ਦੇਖੋ, ਇੱਕ ਬੈਂਕ ਆ, ਉਹਨੇ ਕਿਸੇ ਪਰਸਨ ਨੂੰ ਲੋਨ ਦੇ ਦਿੱਤਾ, ਠੀਕ ਆ, ਕਿਸੇ A ਪਰਸਨ ਨੂੰ ਲੋਨ ਦੇ ਦਿੱਤਾ। ਉਹ ਲੋਨ ਹੁਣ ਬੰਦਾ ਵਾਪਸ ਨਹੀਂ ਕਰ ਰਿਹਾ, ਅਤੇ ਜਦੋਂ ਪੈਸਾ ਵਾਪਸ ਨਾ ਆਵੇ ਅਸੀਂ ਉਹਨੂੰ ਕਹਿੰਦੇ ਹਾਂ NPA, ਮਤਲਬ ਨੋਨ ਪਰਫੋਰਮਿੰਗ ਐਸਟ। ਵੀ ਬੈਂਕ ਦਾ ਉਹ ਨੋਨ ਪਰਫੋਰਮਿੰਗ ਐਸਟ ਆ, ਹੁਣ ਉਹ ਕਮਾਈ ਨਹੀਂ ਦੇ ਰਿਹਾ। ਬੈਂਕ ਕੀ ਕਰਦੀ ਸੀਗੀ, ਪਹਿਲਾਂ ਕੁਛ ਨਾ ਕੁਛ ਬੰਦੇ ਭੇਜਦੀ ਸੀ ਬਾਰ-ਬਾਰ ਵੀ ਭਾਈ ਤੁਸੀਂ ਸਾਡਾ ਲੋਨ ਵਾਪਸ ਕਰ ਦਿਓ। ਉਹ ਬੰਦੇ ਮੂਹਰੇ ਬਹਾਨਾ ਮਾਰ ਦਿੰਦੇ ਸੀ, ਅਸੀਂ ਤਾਂ ਜੀ ਘਰੇ ਨਹੀਂ ਹੈਗੇ, ਜਾਂ ਕੁਛ ਨਾ ਕੁਛ ਬਹਾਨਾ ਮਾਰ ਕੇ ਉਹ ਪੈਸੇ ਵਾਪਸ ਨਹੀਂ ਸੀ ਕਰਦੇ। ਸਰਕਾਰ ਇੱਕ ਬੈਡ ਬੈਂਕ ਕਰਕੇ ਨਾਮ ਦੀ ਇੱਕ ਕੰਪਨੀ ਲੈ ਕੇ ਆਈ ਆ। ਇਹਨੇ ਕੀ ਕਰਨਾ, ਇਹਨੇ ਬੈਂਕ ਕੋਲ ਜਾਣਾ ਅਤੇ ਜਿੰਨੇ ਵੀ ਇਹਦੇ ਬੈਡ ਲੋਨਸ ਨੇ NPA ਨੇ ਉਹ ਖਰੀਦ ਲੈਣੇ ਆ। ਕਹਿਣਾ ਤੁਸੀਂ ਦੱਸੋ ਕਿੰਨੇ ਪੈਸੇ ਲੈਣੇ ਆ। ਕੋਈ ਮਿਨੀਮਮ ਅਮਾਊਂਟ ਬੈਂਕ ਨੂੰ ਦੇ ਕੇ ਉਹ NPAs ਇਸ ਬੈਡ ਬੈਂਕ ਨੇ ਖਰੀਦ ਲਏ ਆ। ਉਸ ਤੋਂ ਬਾਅਦ ਕਿਵੇਂ ਪੈਸਾ ਰਿਕਵਰ ਕਰਨਾ ਉਹ ਬੈਡ ਬੈਂਕ ਦੀ ਜ਼ਿੰਮੇਵਾਰੀ ਹੈ। ਹੁਣ ਸਮਝੇ, ਕਲੀਅਰ ਆ ਜੀ ਕੀ ਹੁੰਦਾ ਆ। NPAs ਕੀ ਹੁੰਦੇ ਆ, ਇੱਦਾਂ ਦੇ ਐਸਟ ਜਿਹੜੇ ਪੈਸਾ ਨਹੀਂ ਵਾਪਸ ਕਰ ਰਹੇ ਉਹਨਾਂ ਨੂੰ NPA ਕਹਿੰਦੇ ਆ। ਅਤੇ ਬੈਡ ਬੈਂਕ ਕੀ ਹੁੰਦੀ ਆ, ਜੋ ਕਿ ਬੈਂਕਾਂ ਦੇ NPAs ਨੂੰ ਖਰੀਦ ਲੈਂਦੀ ਹੈ। ਇਹਦੇ ਨਾਲ ਕੀ ਹੋਊਗਾ, ਇਹ ਕਲੀਨ ਕਰੂਗੀ ਬੈਲੈਂਸ ਸ਼ੀਟ ਬੈਂਕਾਂ ਦੀ, ਠੀਕ ਹੈ। ਇਹ ਹੁੰਦੇ ਆ ਜੀ ਬੈਡ ਬੈਂਕ। ਸਿੰਪਲੀ ਮੈਂ ਸਮਝਾਤਾ। ਇੱਥੇ ਇਹੀ ਗੱਲ ਲਿਖੀ ਗਈ ਆ ਕਿ ਜਿਹੜੇ ਬੈਡ ਬੈਂਕ ਆ ਓਵਰਟੇਕ ਕਰਨਗੇ ਬੈਡ ਲੋਨਸ ਜਿੰਨੀਆਂ ਵੀ ਕਮਰਸ਼ੀਅਲ ਬੈਂਕਸ ਨੇ ਉਹਨਾਂ ਦੇ।
ਅਤੇ ਬੈਡ ਬੈਂਕ ਇਨਵੋਲਵ, ਹਾਂ ਬੈਡ ਬੈਂਕਾਂ ਕਦੇ ਵੀ ਲੋਨ ਵਗੈਰਾ ਦੇ ਵਿੱਚ ਡਿਪੋਜ਼ਿਟ ਨਹੀਂ ਕਰਨਗੀਆਂ। ਮੀਨਸ ਇਹਨਾਂ ਨੇ ਪੈਸੇ ਕਿਸੇ ਆਮ ਇਨਸਾਨ ਦੇ ਜਮ੍ਹਾਂ ਨਹੀਂ ਕਰਨੇ, ਕਿਸੇ ਨੂੰ ਲੋਨ ਵਗੈਰਾ ਨਹੀਂ ਦੇਣਾ, ਇੱਦਾਂ ਦਾ ਕੰਮ ਨਹੀਂ ਕਰੂਗੀ। ਬਟ ਇਹਨਾਂ ਨੇ ਜੋ ਬੈਡ ਐਸਟਸ ਨੇ ਉਹਨਾਂ ਨੂੰ ਹੀ ਖਰੀਦਣਾ, ਜਿਹਦੇ ਨਾਲ ਕੀ ਕਰਨਗੇ ਇਹ ਉਸ ਬੈਂਕ ਦੀ ਬੈਲੈਂਸ ਸ਼ੀਟ ਨੂੰ ਕਲੀਨ ਕਰ ਦੇਣਗੇ। ਚਲੋ ਇਹ ਸੀਗੀ ਬੈਡ ਬੈਂਕ। ਹੁਣ ਜਿਹੜੀ ਐਸਟ ਰੀਕਨਸਟਰਕਸ਼ਨ ਕੰਪਨੀ ਆ ਇਹ ਉਹਦਾ ਹੀ ਪਾਰਟ ਆ ਬੈਡ ਬੈਂਕ, ਦੋਨੇ ਸਿਮਿਲਰ ਜਿਹੇ ਆ, ਇਹਨੂੰ ਕਨਫਿਊਜ਼ ਨਾ ਹੋਇਓ ਤੁਸੀਂ। ਜਿਹੜੀ ਹੁਣ ਇਹ ਨਵੀਂ ਸਟਾਰਟ ਹੋਈ ਹੈ ਨੈਸ਼ਨਲ ਐਸਟ ਰੀਕਨਸਟਰਕਸ਼ਨ ਕੰਪਨੀਜ਼, ਇਹਦੇ ਵਿੱਚ SBI ਦਾ ਵੀ ਕੁਛ ਸ਼ੇਅਰ ਆ, ਇੰਡੀਅਨ ਬੈਂਕ ਦਾ ਵੀ ਕੁਛ ਸ਼ੇਅਰ ਆ, ਯੂਨੀਅਨ ਬੈਂਕ ਆਫ ਇੰਡੀਆ ਦਾ ਵੀ ਕੁਛ ਸ਼ੇਅਰ ਹੈ, ਅਤੇ ਉਹ ਕਿੰਨਾ ਹੈ 13.2%, 13.27% ਹੈਗਾ ਸ਼ੇਅਰ ਇਹਨਾਂ ਤਿੰਨਾਂ ਬੈਂਕਾਂ ਦਾ। ਅਤੇ ਪੰਜਾਬ ਨੈਸ਼ਨਲ ਬੈਂਕ ਨੇ ਵੀ ਕੁਛ ਨਾ ਕੁਛ ਜਿਹੜਾ ਸ਼ੇਅਰ ਐਕਵਾਇਰ ਕੀਤਾ ਆ ਉਹ ਹੈਗਾ ਸਾਡੇ ਕੋਲ 12% ਦਾ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਸਾਡੇ ਕੋਲ ਟੈਕਸ ਇੰਸਪੈਕਟਰਸ ਵਿਦਾਊਟ ਬਾਰਡਰਸ। ਜਿਹੜੇ ਟੈਕਸ ਇੰਸਪੈਕਟਰ ਦੀ ਗੱਲ ਕਰਦੇ ਆ ਕਿ ਹੁਣ ਬਾਰਡਰ ਨਹੀਂ ਹੋਣਗੇ ਟੈਕਸ ਇੰਸਪੈਕਟਰ ਦੇ ਲਈ। ਇਹ ਜੋ ਇੱਕ ਪ੍ਰੋਗਰਾਮ ਹੈ, ਇਸ ਸਕੀਮ ਨੂੰ ਲਾਂਚ ਕੀਤਾ ਗਿਆ ਆ UNDP ਮੀਨਸ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਦੁਆਰਾ। ਇਸ ਬੋਡੀ ਦਾ ਸਾਥ ਦਿੱਤਾ ਗਿਆ ਆ OECD ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਤੇ ਦੋ ਬੋਡੀਜ਼ ਨੇ ਮਿਲ ਕੇ ਇੱਕ ਸਕੀਮ ਲਾਂਚ ਕੀਤੀ ਆ ਜਿਹਦਾ ਨਾਮ ਹੈ ਟੈਕਸ ਇੰਸਪੈਕਟਰਸ ਵਿਦਾਊਟ ਬਾਰਡਰ, TIWB। ਇਹਦੀ ਮੀਟਿੰਗ ਹੋਈ ਆ, ਇਹ ਕਿੱਥੇ ਹੋਈ? ਸਿਸਲੀ ਦੇ ਵਿੱਚ। ਜਿਹੜਾ ਇਹ ਪ੍ਰੋਗਰਾਮ ਆ ਇਹ ਤੋਂ ਪਹਿਲਾਂ 6th ਮੀਟਿੰਗ ਇਹਦੀ ਹੋਈ ਸੀਗੀ ਇਸ ਪ੍ਰੋਗਰਾਮ ਦੀ, ਜਿਹਦੇ ਵਿੱਚ ਕਿ ਇੰਡੀਆ ਨੇ ਵੀ ਆਪਣੇ ਜੋ ਟੈਕਸ ਐਕਸਪਰਟ ਨੇ ਉਹ ਭੇਜੇ ਸੀਗੇ। ਅਤੇ ਜਿਹੜੀ 5th ਇਹ 6th ਆ ਜਿਹੜੀ ਹੁਣ ਹੋਈ ਆ ਜੀ, ਠੀਕ ਹੈ, ਜਿਹੜੀ ਹੁਣ ਮੀਟਿੰਗ ਹੋਈ ਆ 6th ਹੋਈ ਆ। ਇਹ ਕਿੱਥੇ ਹੋਈ ਆ? ਸਿਸਲੀ ਦੇ ਵਿੱਚ, ਇਹ ਵੀ ਯਾਦ ਰੱਖਿਓ। ਅਤੇ ਇੰਡੀਆ ਨੇ ਵੀ ਇਹਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਇਸ ਤੋਂ ਪਹਿਲਾਂ 5th ਹੋਈ ਸੀਗੀ ਮੀਟਿੰਗ ਇਹਦੀ ਹੀ, ਉਹ ਹੋਈ ਸੀ ਭੂਟਾਨ ਦੇ ਵਿੱਚ, ਉੱਥੇ ਵੀ ਇੰਡੀਆ ਨੇ ਹੈਲਪ ਕੀਤੀ ਸੀਗੀ। ਠੀਕ ਹੈ, ਯਾਦ ਰੱਖਿਓ ਇੰਡੀਆ ਦਾ ਜਿੱਥੇ ਰੋਲ ਹੋਊਗਾ ਉਹ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਸਕਦਾ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਆ ਸਾਡੇ ਕੋਲੇ ਡੇਅਰ ਟੂ ਡਰੀਮ 2.0। ਡੇਅਰ ਟੂ ਡਰੀਮ 2.0 ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਜੋ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਉਹਨਾਂ ਨੇ ਫੈਸਿਲੀਟੇਟ ਕੀਤਾ, ਮੀਨਸ ਕਹਿ ਸਕਦੇ ਹਾਂ ਪ੍ਰੇਜ਼ ਕੀਤਾ ਆ ਵਿਨਰਸ ਨੂੰ। ਕਿਹੜੇ ਵਿਨਰਸ? ਜੋ ਕਿ ਡੇਅਰ ਟੂ ਡਰੀਮ ਦਾ ਅਵਾਰਡ ਜਿੱਤ ਚੁੱਕੇ ਆ, ਇਸ ਕੰਟੈਸਟ ਨੂੰ ਜਿੱਤਿਆ ਜਿਨ੍ਹਾਂ ਨੇ। ਇਹ ਜਿਹੜਾ ਡੇਅਰ ਟੂ ਡਰੀਮ ਦਾ ਕੰਟੈਸਟ ਆ ਇਹ ਆਰਗੇਨਾਈਜ਼ ਕੀਤਾ ਜਾਂਦਾ ਹੈ ਬਾਏ ਦਾ DRDO, ਜਿਹਨੂੰ ਅਸੀਂ ਕਹਿੰਦੇ ਹਾਂ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਡੇਅਰ ਟੂ ਡਰੀਮ ਕੰਟੈਸਟ ਜਿਵੇਂ ਮੈਂ ਦੱਸਿਆ ਲਾਂਚ ਕੀਤਾ ਗਿਆ DRDO ਦੁਆਰਾ। ਪਰਪਸ ਕੀ ਹੈ ਜੀ, ਕਿਉਂ ਲਾਂਚ ਕੀਤਾ ਗਿਆ? ਤਾਂ ਕਿ ਇੰਡੀਆ ਦੇ ਵਿੱਚ ਅਸੀਂ ਪ੍ਰਮੋਟ ਕਰੀਏ ਡਿਵੈਲਪਿੰਗ ਐਮਰਜਿੰਗ ਡਿਫੈਂਸ ਐਂਡ ਐਰੋਸਪੇਸ ਟੈਕਨੋਲੋਜੀ ਐਂਡ ਸਿਸਟਮ। ਮੀਨਸ ਤਾਂ ਕਿ ਅਸੀਂ ਇੰਡੀਆ ਵਿੱਚ ਜਿਹੜੀ ਡਿਫੈਂਸ ਇੰਡਸਟਰੀ ਆ ਉਹਨੂੰ ਹੋਰ ਇਵੋਲਵ ਕਰੀਏ, ਡਿਵੈਲਪ ਕਰੀਏ। ਜੋ ਐਰੋਸਪੇਸ ਇੰਡਸਟਰੀ ਆ ਉਹਦੇ ਨਾਲ ਰਿਲੇਟਡ ਟੈਕਨੋਲੋਜੀ ਆ ਉਹਨੂੰ ਅਸੀਂ ਹੋਰ ਡਿਵੈਲਪ ਕਰ ਸਕੀਏ। ਇਸ ਕਰਕੇ ਇਸ ਪ੍ਰੋਗਰਾਮ ਨੂੰ ਸਟਾਰਟ ਕੀਤਾ ਗਿਆ। ਨੈਕਸਟ ਸਾਡੇ ਕੋਲ ਇਥੋਨੋਲ। ਇੰਡੀਆ ਦਾ ਇੱਕ ਅੰਬੀਸ਼ੀਅਸ ਪਲਾਨ ਆ ਕਿ ਅਸੀਂ ਜੋ ਫੋਸਲ ਫਿਊਲਸ ਜੋ ਅਸੀਂ ਬਾਹਰੋਂ ਖਰੀਦਦੇ ਹਾਂ, ਜਿਵੇਂ ਪੈਟਰੋਲ, ਡੀਜ਼ਲ ਵਗੈਰਾ, ਨੈਚੁਰਲ ਗੈਸ ਵਗੈਰਾ, ਜਿੰਨੇ ਵੀ ਫੋਸਲ ਫਿਊਲਸ ਆ ਉਹਨਾਂ ਦਾ ਇੰਪੋਰਟ ਅਸੀਂ ਘਟਾਉਣਾ ਆ। ਅਤੇ ਉਹਦਾ ਕਿਵੇਂ ਘਟੂਗਾ? ਜਿਵੇਂ ਜਿਵੇਂ ਅਸੀਂ ਇਥਨੋਲ ਦੇ ਯੂਜ਼ ਨੂੰ ਇਨਕਰੀਜ਼ ਕਰਾਂਗੇ। ਇਟ ਮੀਨਸ ਅਸੀਂ ਫੋਸਲ ਫਿਊਲ ਦਾ ਜਿਹੜਾ ਯੂਜ਼ ਆ ਉਹ ਘਟਾਉਣਾ ਆ, ਇਥਨੋਲ ਦੇ ਯੂਜ਼ ਨੂੰ ਵਧਾਉਣਾ ਆ। ਹੁਣ ਜਿਹੜਾ ਇਥਨੋਲ ਆ ਇਹ ਕਿੱਥੋਂ ਪ੍ਰੋਡਿਊਸ ਹੁੰਦਾ ਆ? ਇਹ ਪ੍ਰੋਡਿਊਸ ਹੁੰਦਾ ਆ ਰਾਈਸ ਤੋਂ, ਕੌਰਨ ਤੋਂ ਮੀਨਸ ਮੱਕੀ ਦੇ ਦਾਣਿਆਂ ਤੋਂ, ਐਂਡ ਸ਼ੂਗਰ ਤੋਂ, ਗੰਨੇ ਵਗੈਰਾ ਤੋਂ। ਬਟ ਇਹ ਵੀ ਚੱਕਰ ਆ ਕਿ ਜੇ ਅਸੀਂ ਇਹ ਖਾਣ ਵਾਲੀਆਂ ਚੀਜ਼ਾਂ ਨੂੰ ਇਥਨੋਲ ਦੇ ਪ੍ਰੋਡਕਸ਼ਨ ਦੇ ਲਈ ਯੂਜ਼ ਕਰਾਂਗੇ ਤਾਂ ਸਾਡੇ ਲਈ ਫੂਡ ਸਿਕਿਉਰਿਟੀ ਦਾ ਥ੍ਰੈਟ ਬਣ ਸਕਦਾ ਹੈ, ਫੂਡ ਸਿਕਿਉਰਿਟੀ ਦਾ ਖਤਰਾ ਬਣ ਸਕਦਾ। ਜੇ ਅਸੀਂ ਗੱਲ ਕਰੀਏ ਇਥੋਨੋਲ ਇੱਕ ਜਿਹੜਾ ਸਾਡਾ ਬਾਇਓਫਿਊਲ ਹੁੰਦਾ ਉਹਦਾ ਇੱਕ ਪ੍ਰਿੰਸੀਪਲ ਪਾਰਟ ਆ। ਮੀਨਸ ਬਾਇਓਫਿਊਲ ਦੇ ਅੰਡਰ ਇਹਨੂੰ ਅਸੀਂ ਕੰਸੀਡਰ ਕਰਦੇ ਹਾਂ ਇਥੋਨੋਲ ਨੂੰ, ਜੋ ਕਿ ਅਸੀਂ ਨੈਚੁਰਲੀ ਪ੍ਰੋਡਿਊਸ ਕਰਦੇ ਹਾਂ ਇਥੋਨੋਲ ਨੂੰ। ਇੱਕ ਜਿਹੜਾ ਇਹਦੇ ਲਈ ਪ੍ਰੋਸੈਸ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਫਰਮੈਂਟੇਸ਼ਨ। ਇਹ ਬਹੁਤ ਇੰਪੋਰਟੈਂਟ ਹੈ, ਯਾਦ ਰੱਖਿਓ। ਗੌਰਮੈਂਟ ਆਫ ਇੰਡੀਆ ਨੇ ਕੀ ਕੀਤਾ? ਐਡਵਾਂਸ ਕਰ ਲਿਆ। ਇੱਕ ਟਾਰਗੇਟ ਸੀਗਾ ਗੌਰਮੈਂਟ ਆਫ ਇੰਡੀਆ ਦਾ ਕਿ ਅਸੀਂ ਜਿਹੜੇ 20% ਇਥੋਨੋਲਾਂ ਨੂੰ ਬਲੈਂਡਿੰਗ ਕਰਾਂਗੇ ਪੈਟਰੋਲ ਦੇ ਵਿੱਚ। ਮੀਨਸ ਜੇ ਸਾਡੇ ਕੋਲ ਪਹਿਲਾਂ 100 ਯੂਨਿਟ ਪੈਟਰੋਲ ਸੀਗਾ, 100%, ਅਸੀਂ ਉਹਦੇ ਵਿੱਚ 80% ਪੈਟਰੋਲ ਐਡ ਕਰਾਂਗੇ, 20% ਇਥੋਨੋਲ ਐਡ ਕਰਾਂਗੇ। ਇਟ ਮੀਨਸ ਅਸੀਂ 20% ਇਥੋਨੋਲ ਐਡ ਕਰਕੇ 20% ਪੈਟਰੋਲ ਘੱਟ ਕਰਾਂਗੇ। ਪਹਿਲਾਂ ਇਹ ਟਾਰਗੇਟ ਸੀ ਬਣਾਇਆ ਸੀਗਾ 2030 ਤੱਕ, ਵੀ 2030 ਤੱਕ ਅਚੀਵ ਕਰਨਾ। ਲੇਕਿਨ ਹੁਣ ਅਸੀਂ ਇਹਨੂੰ ਘਟਾ ਕੇ 2025 'ਤੇ ਲੈ ਆਂਦਾ। ਇਹਨੂੰ ਅਸੀਂ ਕਹਿੰਦੇ E20। ਐਗਜ਼ਾਮ ਪੁੱਛ ਸਕਦਾ ਐਗਜ਼ਾਮਨਰ ਕਿ E20 ਕੀ ਆ? E20 ਆ ਕਿ ਅਸੀਂ ਇਥਨੋਲ ਦੇ ਪ੍ਰੋਡਕਸ਼ਨ ਨੂੰ 20% ਤੱਕ ਇਨਕਰੀਜ਼ ਕਰਨਾ ਪੈਟਰੋਲ ਦੇ ਵਿੱਚ। ਜੇ ਆਪਾਂ ਕਰੰਟਲੀ ਗੱਲ ਕਰੀਏ 2022 ਦੀ, ਇਸ ਟਾਈਮ 'ਤੇ 8.5% ਇਥਨੋਲ ਅਸੀਂ ਆਲਰੇਡੀ ਬਲੈਂਡ ਕਰ ਰਹੇ ਹਾਂ ਪੈਟਰੋਲ ਦੇ ਵਿੱਚ। ਕਲੀਅਰ ਆ ਜੀ? ਚਲੋ ਅੱਗੇ ਚੱਲਦੇ ਹਾਂ। ਐਕਸਟੈਂਡਡ ਪ੍ਰੋਡਿਊਸਰਸ ਰਿਸਪੌਂਸੀਬਿਲਟੀ। ਕਹਿੰਦੇ ਜਿਹੜੇ ਪ੍ਰੋਡਿਊਸਰਸ ਹੁੰਦੇ ਆ ਉਹਨਾਂ ਦੀ ਰਿਸਪੌਂਸੀਬਿਲਟੀ ਨੂੰ ਐਕਸਟੈਂਡ ਕਰਨਾ। ਯੂਨੀਅਨ ਐਨਵਾਇਰਨਮੈਂਟ ਮਿਨਿਸਟਰੀ ਆ ਸਾਡੀ, ਉਹਨੇ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਆ
related to the EPR, means extended producer responsibility, under the plastic waste management rule। ਜਿਹੜੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਆ ਉਹਦੇ ਅੰਡਰ ਇੱਕ ਨਵਾਂ ਰੈਗੂਲੇਸ਼ਨਸ ਆਇਆ, ਰੂਲਸ ਆਇਆ, ਜਿਨ੍ਹਾਂ ਅਕੋਰਡਿੰਗ ਇਹ ਕਿਹਾ ਗਿਆ ਕਿ ਜਿੰਨੀਆਂ ਵੀ ਕੰਪਨੀਜ਼ ਨੇ ਜਿਹੜੀਆਂ ਇਹ ਪ੍ਰੋਡਿਊਸ ਕਰਦੀਆਂ ਆ ਪਲਾਸਟਿਕ ਵਗੈਰਾ, ਉਹਨਾਂ ਨੇ ਇਸ ਪਲਾਸਟਿਕ ਦੇ ਯੂਜ਼ ਨੂੰ ਘਟਾਉਣਾ ਆ। ਠੀਕ ਆ, ਮਿਨਿਸਟਰੀ ਨੇ ਨੋਟੀਫਾਈ ਕੀਤਾ ਆ ਕਿ ਪ੍ਰੋਹਿਬਿਟ ਕੀਤਾ ਜਾਵੇ ਸਪੈਸੀਫਿਕ ਸਿੰਗਲ ਯੂਜ਼ ਪਲਾਸਟਿਕ ਨੂੰ, ਮੀਨਸ ਜੋ ਸਿੰਗਲ ਯੂਜ਼ ਪਲਾਸਟਿਕ ਆ ਉਹਨੂੰ ਘਟਾਇਆ ਜਾਵੇ, ਉਹਦਾ ਪ੍ਰੋਡਕਸ਼ਨ ਘਟਾਇਆ ਜਾਵੇ। ਕਦੋਂ ਤੱਕ ਇਹਨੂੰ ਘਟਾਉਣਾ ਸੀ? 2022 ਤੱਕ। ਅਤੇ ਇਹ ਵੀ ਮੈਂਡੇਟ ਕੀਤਾ ਗਿਆ ਕਿ ਜਿਹੜਾ ਆਲਰੇਡੀ ਪ੍ਰੋਡਕਸ਼ਨ ਜਿਹੜਾ ਹੋ ਚੁੱਕਾ ਹੈ ਪਲਾਸਟਿਕ ਦਾ, ਜਿਵੇਂ ਆਪਾਂ ਕਹਿੰਦੇ ਹਾਂ ਲੇਜ਼ ਖਾਧੇ ਆ, ਉਹਦਾ ਜਿਹੜਾ ਪੈਕਟ ਹੁੰਦਾ ਉਹ ਵੀ ਪਲਾਸਟਿਕ ਤੋਂ ਬਣਿਆ, ਉਹ ਇੱਕ ਵਾਰੀ ਯੂਜ਼ ਹੁੰਦਾ, ਉਸ ਤੋਂ ਬਾਅਦ ਯੂਜ਼ ਨਹੀਂ ਹੋਊਗਾ, ਉਹ ਅਸੀਂ ਸਿੰਗਲ ਯੂਜ਼ ਪਲਾਸਟਿਕ ਦੀ ਕੈਟੇਗਰੀ 'ਚ ਉਹਨੂੰ ਕਾਊਂਟ ਕਰਦੇ ਹਾਂ। ਡਿਸਪੋਜ਼ਲ ਗਲਾਸ ਦੀ ਗੱਲ ਕਰ ਲਓ ਜਾਂ ਹੋਰ ਵੀ ਪਲਾਸਟਿਕ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸਿੰਗਲ ਯੂਜ਼ ਦੇ ਵਿੱਚ ਹੀ ਹੁੰਦੀਆਂ। ਕਹਿੰਦੇ ਜਿਹੜਾ ਆਲਰੇਡੀ ਪ੍ਰੋਡਿਊਸ ਹੋ ਚੁੱਕਾ ਉਹਦਾ ਕੀ ਕਰਨਾ ਆ? ਉਹ ਸਾਰਾ ਕਲੈਕਟ ਕਰਨਾ ਇਹਨਾਂ ਕੰਪਨੀਜ਼ ਨੇ 2024 ਤੱਕ। ਅਤੇ ਕਾਫੀ ਸਟ੍ਰਿਕਟ ਐਕਸ਼ਨ ਨੇ। ਇਹਦੋਂ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੀ ਕੰਪਨੀਜ਼ ਆ ਉਹਨਾਂ ਨੇ ਕਲੈਕਟ ਕਰਨਾ ਹੈ ਘੱਟੋ ਘੱਟ, ਜਿਹੜਾ 100% ਅਸੀਂ 2024 ਤੱਕ ਕਰਨਾ ਹੈ, ਲੇਕਿਨ ਉਦੋਂ ਪਹਿਲਾਂ ਵੀ ਟਾਰਗੇਟ ਦਿੱਤੇ ਗਏ ਆ ਕਿ 2021-22 ਤੱਕ ਤੁਸੀਂ 35% ਕਲੈਕਟ ਕਰ ਲੈਣਾ ਆ, 2022-23 ਦੇ ਵਿੱਚ ਤੁਸੀਂ 70% ਕਲੈਕਟ ਕਰਨਾ ਆ, ਐਂਡ 2024 ਦੇ ਵਿੱਚ ਤੁਸੀਂ 100% ਜਿਹੜਾ ਵੇਸਟ ਪਲਾਸਟਿਕ ਉਹਨੂੰ ਕਲੈਕਟ ਕਰਨਾ ਵਾਪਸ। ਚਲੋ ਨੈਕਸਟ ਨਿਊਜ਼ ਸਾਡੇ ਕੋਲ ਇੰਡੀਅਨ ਸੈਂਡਲਵੁੱਡ ਫਾਰਮਿੰਗ। ਪੁਸ਼ਪਾ ਮੂਵੀ ਸਾਰਿਆਂ ਨੇ ਦੇਖੀ ਹੋਣੀ ਆ। ਸੈਂਡਲਵੁੱਡ ਲਾਲ ਚੰਦਨ ਦੀ ਲੱਕੜੀ ਉਦੋਂ ਦੀ ਬੜੀ ਨਿਊਜ਼ ਦੇ ਵਿੱਚ ਆ। ਇਹਦੇ ਰਿਲੇਟਡ ਇੰਡੀਅਨ ਗੌਰਮੈਂਟ ਨੇ ਇੱਕ ਪ੍ਰੋਗਰਾਮ ਸਟਾਰਟ ਕੀਤਾ ਆ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਉਸ ਪ੍ਰੋਗਰਾਮ ਦੇ ਵਿੱਚ। ਉਹਦਾ ਨਾਮ ਹੈਗਾ ਜੀ ਇੰਡੀਅਨ ਸੈਂਡਲਵੁੱਡ ਫਾਰਮਿੰਗ ਐਂਡ ਮੈਨੇਜਮੈਂਟ ਪ੍ਰੋਗਰਾਮ। ਆਜ਼ਾਦੀ ਕਾ ਅੰਮ੍ਰਿਤ ਉਤਸਵ ਚੱਲ ਰਿਹਾ ਆ, ਉਹਦੇ ਅੰਡਰ ਇਹ ਪ੍ਰੋਗਰਾਮ ਸਟਾਰਟ ਕੀਤਾ ਗਿਆ। ਜੋ ਅਸੀਂ ਪ੍ਰੋਗਰਾਮ ਚਲਾ ਰਹੇ ਹਾਂ ਸੈਂਡਲਵੁੱਡ ਦੇ ਨਾਲ ਰਿਲੇਟਡ, ਉਹਦਾ ਮਤਲਬ ਕੀ ਆ, ਉਹਦਾ ਏਮ ਕੀ ਆ? ਉਹਦਾ ਏਮ ਇਹ ਆ ਕਿ ਅਸੀਂ ਵੈਲਿਊ ਐਡਿੰਗ ਟ੍ਰੇਨਿੰਗ ਦੇਣੀ ਆ, ਮੀਨਸ ਜਿਹੜੀ ਐਡੀਸ਼ਨਲ ਟ੍ਰੇਨਿੰਗ ਆ ਉਹ ਦੇਣੀ ਆ। ਉਹਦੇ ਨਾਲ ਸਕਿੱਲ ਵਧੂਗੀ, ਡਿਵੈਲਪਮੈਂਟ ਵਧੂਗੀ, ਅਤੇ ਨਵੇਂ ਤਰੀਕੇ ਹੋਣਗੇ ਸਾਡੇ ਕੋਲ ਕਲਟੀਵੇਸ਼ਨ ਕਰਨ ਦੇ। ਮੀਨਸ ਅਸੀਂ ਜ਼ਿਆਦਾ ਐਗਰੀਕਲਚਰ ਕਰਾਂਗੇ, ਜ਼ਿਆਦਾ ਸੈਂਡਲਵੁੱਡ ਨੂੰ ਪ੍ਰਮੋਟ ਕਰਾਂਗੇ ਅਤੇ ਫਾਰਮਰਸ ਜ਼ਿਆਦਾ ਰਿਚ ਹੋਣਗੇ। ਜੇ ਅਸੀਂ ਸੈਂਡਲਵੁੱਡ ਦੀ ਗੱਲ ਕਰੀਏ ਤਾਂ ਇਹ IUCN ਦੀ ਰੈੱਡ ਲਿਸਟ ਦੇ ਅਕੋਰਡਿੰਗ ਸਾਡੇ ਕੋਲ ਉਹ ਵਲਨਰੇਬਲ ਦੀ ਕੈਟੇਗਰੀ 'ਚ ਆਉਂਦਾ ਆ। ਬਹੁਤ ਇੰਪੋਰਟੈਂਟ ਗੱਲ ਆ ਜੀ, ਸਟਾਰ ਮਾਰਕ ਕਰ ਲਓ। ਚਲੋ ਅੱਗੇ ਚੱਲਦੇ ਹਾਂ। ਜੇ ਅਸੀਂ ਇਸ ਲੱਕੜ ਨੂੰ ਦੇਖੀਏ ਤਾਂ ਸਾਨੂੰ ਦੇਖਣ ਦੇ ਵਿੱਚ ਇੱਦਾਂ ਦੀ ਦਿਖਦੀ ਆ, ਲਾਲ ਚੰਦਨ ਦੀ ਲੱਕੜ। ਤੁਸੀਂ ਮੂਵੀ 'ਚ ਵੀ ਦੇਖੀ ਹੋਊਗੀ, ਪੁਸ਼ਪਾ ਮੂਵੀ। ਚਲੋ ਨੈਕਸਟ ਨਿਊਜ਼ ਆ ਸਾਡੇ ਕੋਲ ਗਲੋਬਲ ਮਿਨੀਮਮ ਟੈਕਸ। ਜਿਹੜੀ OECD ਆ, ਜਿਹਦੀ ਫੁੱਲ ਫਾਰਮ ਹੈ ਕਿ ਸਾਡੇ ਕੋਲ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਉਹਨੇ ਅਨਾਊਂਸ ਕੀਤਾ ਆ ਕਿ ਅਸੀਂ ਇਹ ਇਨਸ਼ੋਰ ਕਰਨਾ ਕਿ ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਨੇ ਉਹਨਾਂ ਦੇ ਲਈ ਜਿਹੜਾ ਗਲੋਬਲ ਮਿਨੀਮਮ ਟੈਕਸ ਰੇਟ ਆ ਉਹ ਅਸੀਂ 15% 'ਤੇ ਲੈ ਕੇ ਆਵਾਂਗੇ। ਅਤੇ ਇਸ ਐਗਰੀਮੈਂਟ ਦੇ ਵਿੱਚ 136 ਕੰਟਰੀਜ਼ ਨੇ ਆਪਣੀ ਹਾਮੀ ਭਰੀ ਆ, ਮੀਨਸ 136 ਕੰਟਰੀਜ਼ ਜਿਹੜੀਆਂ ਉਹ ਐਗਰੀਮੈਂਟ ਸਾਈਨ ਕਰ ਚੁੱਕੀਆਂ ਆ। ਉਹਦੇ ਵਿੱਚ ਇੰਡੀਆ ਵੀ ਇੱਕ ਹੈਗਾ ਆ। ਕਾਰਨ ਕੀ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਜ਼ ਆ, ਜਾਂ ਆਪਾਂ ਕੰਟਰੀਜ਼ ਦੀ ਗੱਲ ਕਰੀਏ ਨਾ, 136 ਦੀ ਗੱਲ ਕਰਦੇ ਹਾਂ, ਆਪਾਂ 136 ਕੰਟਰੀਆਂ ਦੀ ਗੱਲ ਕਰਦੇ ਹਾਂ, ਉਹ 90% ਆਫ ਗਲੋਬਲ ਇਕੋਨਮੀ ਨੂੰ ਅਟੈਚ ਕਰਦੀਆਂ। ਮੀਨਸ ਜਿਹੜੀ 90% ਵਰਲਡ ਦੀ ਇਕੋਨਮੀ ਆ, ਗਲੋਬਲ ਇਕੋਨਮੀ, ਉਹਨੂੰ ਇਹ 136 ਕੰਟਰੀਆਂ ਹੀ ਕੰਟਰੋਲ ਕਰ ਰਹੀਆਂ ਆ। ਇਸ ਰਿਲੇਟਡ ਜਿਹੜਾ ਐਗਰੀਮੈਂਟ ਆ ਉਹਦੇ ਲਈ ਅਸੀਂ ਇੱਕ ਲਾਅ ਬਣਾਉਣਾ ਆ। ਉਹ ਲਾਅ 2022 ਤੱਕ ਬਣੂਗਾ ਅਤੇ ਉਸ ਲਾਅ ਨੂੰ ਅਸੀਂ ਇੰਪਲੀਮੈਂਟ ਕਰਨਾ 2023 ਤੋਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ OECD ਦੀ। ਇਹ ਇੱਕ ਇੰਟਰ ਗੌਰਮੈਂਟਲ ਬੋਡੀ ਆ, ਕਿਉਂਕਿ ਅਸੀਂ OECD ਦੇ ਬਾਰੇ ਪੜ੍ਹ ਲਿਆ, ਥੋੜ੍ਹਾ ਜਿਹਾ ਇਹਦੇ ਬਾਰੇ ਵੀ ਪੜ੍ਹ ਲਈਏ। ਕੀ ਆ? ਇੱਕ ਇੰਟਰ ਗੌਰਮੈਂਟਲ ਇਕਨੋਮਿਕ ਆਰਗੇਨਾਈਜੇਸ਼ਨ ਆ, ਜਿਹਦੀ ਫਾਊਂਡੇਸ਼ਨ ਹੋਈ ਸੀਗੀ 1961 ਦੇ ਵਿੱਚ। ਅਤੇ ਇਹਦੇ ਹੈੱਡਕੁਆਟਰ ਦੀ ਗੱਲ ਕਰੀਏ, ਸਾਨੂੰ ਪੈਰਿਸ ਫਰਾਂਸ ਦੇ ਵਿੱਚ ਮਿਲਦਾ ਇਹਦਾ ਹੈੱਡਕੁਆਟਰ। ਧਿਆਨ ਰੱਖਿਓ ਇੰਡੀਆ ਦਾ ਮੈਂਬਰ ਨਹੀਂ ਹੈਗਾ, ਲੇਕਿਨ ਇੱਕ ਕੀ ਇਕਨੋਮਿਕ ਪਾਰਟਨਰ ਜ਼ਰੂਰ ਆ ਜੀ। ਠੀਕ ਹੈ, ਇੱਦਾਂ ਦੇ ਕੁਐਸਚਨ ਬਣਦੇ ਹੁੰਦੇ ਕਿ ਇੰਡੀਆ ਦਾ ਮੈਂਬਰ ਹੈ ਕਿ ਨਹੀਂ ਹੈ, ਇਹਦਾ ਮੈਂਬਰ ਨਹੀਂ ਹੈਗਾ। ਚਲੋ ਅੱਗੇ ਚੱਲਦੇ ਹਾਂ। ਜੁਰਿਸਡਿਕਸ਼ਨ ਆਫ ਬਾਰਡਰ ਸਿਕਿਉਰਿਟੀ ਫੋਰਸ, ਕਾਫੀ ਨਿਊਜ਼ ਰਹੀ ਆ ਪੰਜਾਬ ਦੇ ਵਿੱਚ। ਲੋਕਾਂ ਨੇ ਕਾਫੀ ਵਾਰ ਸੁਣਿਆ ਕਿ ਜਿਹੜੀ BSF ਦਾ ਪਾਵਰ ਆ ਉਹ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਇਨਕਰੀਜ਼ ਕਰ ਦਿੱਤਾ ਗਿਆ। ਉਹੀ ਨਿਊਜ਼ ਆ। ਡਿਟੇਲ 'ਚ ਦੇਖਦੇ ਹਾਂ ਜੀ ਇਹਨੂੰ। ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਹੈਗੀ ਆ, ਉਹਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤਾ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ BSF ਆ ਉਹਦਾ ਜੁਰਿਸਡਿਕਸ਼ਨ ਵੱਧ ਗਿਆ ਆ। ਕਿੱਥੇ ਤੱਕ ਵੱਧ ਗਿਆ ਜੀ? 50 ਕਿਲੋਮੀਟਰ ਤੱਕ। ਇਹ ਕਿੱਥੇ ਕਿੱਥੇ ਵਧਿਆ? ਅਸਾਮ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਅਤੇ ਪੰਜਾਬ ਦੇ ਵਿੱਚ, ਤਿੰਨਾਂ ਸਟੇਟਾਂ ਵਿੱਚ ਵਧਾਇਆ ਗਿਆ ਆ। ਇਸ ਤੋਂ ਪਹਿਲਾਂ ਆਲਰੇਡੀ ਇਹ ਜਿਹੜਾ ਨੋਟੀਫਿਕੇਸ਼ਨ ਹੈ 2014 ਵਿੱਚ ਇਸ਼ੂ ਹੋ ਚੁੱਕਾ ਆ, ਅਤੇ ਉਸ ਦੇ ਅਕੋਰਡਿੰਗ ਇਹ ਮਣੀਪੁਰ ਦੇ ਵਿੱਚ ਐਕਸਟੈਂਡ ਕੀਤਾ ਗਿਆ ਸੀਗਾ, ਮਿਜ਼ੋਰਮ ਦੇ ਵਿੱਚ, ਤ੍ਰਿਪੁਰਾ ਦੇ ਵਿੱਚ, ਨਾਗਾਲੈਂਡ ਦੇ ਵਿੱਚ ਅਤੇ ਮੇਘਾਲਿਆ ਦੇ ਵਿੱਚ। ਅਤੇ ਜੇ ਮੈਂ ਪ੍ਰੈਜ਼ੈਂਟ ਦੀ ਗੱਲ ਕਰਾਂ, ਇਸ ਟਾਈਮ 'ਤੇ ਟੋਟਲ ਸਾਡੇ ਕੋਲ ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਪਲੱਸ ਅਸਮ, ਵੈਸਟ ਬੰਗਾਲ ਅਤੇ ਪੰਜਾਬ, ਇਹ ਉਹ ਸਟੇਟਸ ਨੇ ਜਿੱਥੇ 50 ਕਿਲੋਮੀਟਰ ਦੇ ਅੰਦਰ ਤੱਕ ਕੰਟਰੋਲ ਹੁਣ BSF ਦਾ ਆ, ਬਾਰਡਰ ਤੋਂ ਲੈ ਕੇ। ਠੀਕ ਆ ਜੀ, ਧਿਆਨ ਰੱਖੋ ਇਸ ਚੀਜ਼ ਦਾ। ਹੁਣ BSF ਕਰ ਕੀ ਸਕਦੀ ਆ? ਜਦੋਂ ਇਹ ਪਾਵਰ ਇਹਦੇ ਕੋਲ ਮਿਲ ਗਈ ਆ, ਮੰਨ ਲਓ BSF ਨੂੰ ਕੋਈ ਵੀ ਸਸਪੈਕਟ ਮਿਲਦਾ ਆ
BSF ਉਹਨੂੰ ਡਿਟੇਨ ਕਰੂਗੀ, ਉਦੋਂ ਬਾਅਦ ਉਹਨੂੰ ਫੜ ਕੇ ਉਹਦੇ ਨਾਲ ਜਿਹੜੀ ਸਟਾਰਟਿੰਗ ਦੇ ਕੁਐਸਚਨ ਕਰ ਸਕਦੀ ਆ। ਕੁਐਸਚਨ ਕਰਨ ਤੋਂ ਬਾਅਦ ਉਸ ਬੰਦੇ ਨੂੰ ਪੁਲਿਸ ਨੂੰ ਹੈਂਡਓਵਰ ਕਰਨਾ ਪਊਗਾ, ਜਿਹੜੀ ਕਿ ਲੋਕਲ ਪੁਲਿਸ ਹੋਊਗੀ ਵਿਦਿਨ 24 ਆਵਰਸ। ਮੀਨਸ BSF ਨੂੰ ਪਾਵਰ ਦਿੱਤੀ ਗਈ ਹੈ, ਲੇਕਿਨ ਉਨੀ ਪਾਵਰ ਨਹੀਂ ਦਿੱਤੀ ਗਈ ਕਿ ਜਿਹਨੂੰ ਮਰਜ਼ੀ ਉਹ ਫੜ ਕੇ ਉਹ ਲੈ ਜਾ ਸਕਦੀ ਆ। ਠੀਕ ਆ, ਫੜ ਕੇ ਉਹਦੇ ਨੂੰ ਕੁਐਸਚਨ ਆਨਸਰ ਕਰਕੇ ਉਹਨੂੰ ਐਟ ਦੀ ਐਂਡ ਪੰਜਾਬ ਪੁਲਿਸ ਨੂੰ ਹੀ ਦੇਣਾ ਪਊਗਾ, ਜੇ ਆਪਾਂ ਪੰਜਾਬ ਦੇ ਰੈਫਰੈਂਸ ਨਾਲ ਇਹਨੂੰ ਦੇਖੀਏ। ਕਲੀਅਰ ਆ ਜੀ? ਚਲੋ ਅੱਗੇ ਚੱਲਦੇ ਹਾਂ। ਚਲੋ ਜੀ, ਨੈਕਸਟ ਆ ਸਾਡੇ ਕੋਲੇ ਕੈਂਬਰੀਅਨ ਪੈਟਰੋਲ ਐਕਸਰਸਾਈਜ਼। ਪੈਟਰੋਲ ਜਿਹੜੇ ਫੌਜੀ ਵਗੈਰਾ ਘੁੰਮਦੇ ਉਹ ਪੈਟਰੋਲ ਆ। ਇੱਕ ਅਵਾਰਡ ਆ, ਬਹੁਤ ਇੰਪੋਰਟੈਂਟ ਗੱਲ ਆ, ਇਹ ਸਾਡੀ ਜਿਹੜੀ ਗੋਰਖਾ ਰਾਈਫਲਸ ਆ ਉਹਨਾਂ ਨੂੰ ਇਹ ਅਵਾਰਡ ਮਿਲਿਆ ਆ। ਗੋਲਡ ਅਵਾਰਡ ਆ, ਗੋਲਡ ਮੈਡਲ ਆ। ਇਹ ਕਿੱਥੋਂ ਮਿਲੇਗਾ? ਵੇਲਜ਼ ਦੇ ਵਿੱਚੋਂ, ਜੋ ਕਿ UK ਦਾ ਪਾਰਟ ਆ ਵੇਲਜ਼। ਇੱਕ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਮੈਪ ਦਿਖਾਇਆ ਸੀਗਾ, UK ਦੇ ਵਿੱਚ ਕੀ ਡਿਫਰੈਂਸ ਆ, ਵੇਲਜ਼ ਕੀ ਆ, ਬ੍ਰਿਟਿਸ਼ ਕੀ ਆ, ਉਹ ਸਾਰਾ ਕੁਛ ਕੀ ਹੁੰਦਾ ਮੈਂ ਦੱਸਿਆ ਸੀਗਾ। ਇੱਕ ਐਨੂਅਲ ਮਿਲਟਰੀ ਐਕਸਰਸਾਈਜ਼ ਆ, ਜਿਹਨੂੰ ਕਿ ਅਸੀਂ ਮਿਲਟਰੀ ਦਾ ਓਲੰਪਿਕ ਵੀ ਕਹਿੰਦੇ ਹਾਂ। ਬਹੁਤ ਇੰਪੋਰਟੈਂਟ ਆ ਜੀ, ਬਸ ਇੰਨਾ ਯਾਦ ਰੱਖ ਲਿਓ ਕਿ ਜਿਹੜਾ ਇਹ ਅਵਾਰਡ ਆ ਇਸ ਵਾਰ ਕਿਸ ਨੂੰ ਮਿਲਿਆ ਆ? ਗੋਰਖਾ ਰਾਈਫਲਸ ਨੂੰ। ਇੱਦਾਂ ਦੇ ਕੁਐਸਚਨ ਬਣਦੇ ਹੁੰਦੇ ਆ। ਨੈਕਸਟ ਆ ਸਾਡੇ ਕੋਲੇ ਗਲੋਬਲ ਹੰਗਰ ਇੰਡੈਕਸ। ਇੰਡੀਆ ਦੀ ਜੋ ਪੋਜੀਸ਼ਨ ਆ ਇਸ ਵਾਰ, ਜੋ ਗਲੋਬਲ ਹੰਗਰ ਇੰਡੈਕਸ ਆਇਆ ਆ, ਉਹਦੇ ਵਿੱਚ ਸਾਡੀ ਪੋਜੀਸ਼ਨ ਆ ਜੀ 101 ਨੰਬਰ 116 ਮੈਂਬਰਾਂ ਦੇ ਵਿੱਚੋਂ। ਜੇ ਅਸੀਂ ਲਾਸਟ ਈਅਰ ਦੀ ਗੱਲ ਕਰੀਏ 2020 ਦੀ, ਤਾਂ ਉਸ ਟਾਈਮ 'ਤੇ ਸਾਡਾ ਪੋਜੀਸ਼ਨ ਸੀਗੀ ਸਾਡੀ 94th। ਮੀਨਸ ਅਸੀਂ ਥੱਲੇ ਨੂੰ ਗਏ ਹਾਂ। ਜੇ ਗਲੋਬਲ ਹੰਗਰ ਇੰਡੈਕਸ ਦੀ ਗੱਲ ਕਰੀਏ, ਅਸੀਂ ਵਧੀਆ ਗਰੋਥ ਨਹੀਂ ਕੀਤੀ। ਇਹ ਕੋਈ ਚੰਗੇ ਸਾਈਨ ਨਹੀਂ ਹੈਗੇ। ਜੇ ਅਸੀਂ ਸਾਡੀ ਪੋਜੀਸ਼ਨ ਜਿੰਨੀ ਉੱਪਰ ਹੋਊਗੀ ਫਸਟ ਸੈਕਿੰਡ ਥਰਡ, ਉਨੀ ਚੰਗੀ ਗੱਲ ਆ। ਜਿੰਨਾ ਅਸੀਂ ਥੱਲੇ ਹੋਵਾਂਗੇ ਉਨੀ ਇਹ ਬੁਰੀ ਗੱਲ ਆ। ਜੇ ਆਪਾਂ ਗਲੋਬਲ ਹੰਗਰ ਇੰਡੈਕਸ ਦੀ ਗੱਲ ਕਰੀਏ, ਇਹਨੂੰ ਪਬਲਿਸ਼ ਕੀਤਾ ਜਾਂਦਾ ਆ ਜੁਆਇੰਟਲੀ 2 ਬੋਡੀਜ਼ ਦੇ ਦੁਆਰਾ, ਵਰਲਡ ਵਾਈਡ ਐਂਡ ਵੈਲਥ ਹੰਗਰਸ ਹੈਲਥ। ਇਹਦਾ ਜਿਹੜਾ ਇਹਨੂੰ ਫਸਟ ਟਾਈਮ ਇਸ ਰਿਪੋਰਟ ਨੂੰ ਪ੍ਰੋਡਿਊਸ ਕੀਤਾ ਗਿਆ ਸੀਗਾ 2006 ਦੇ ਵਿੱਚ। ਇਹ ਜਿਹੜੀ ਰਿਪੋਰਟ ਆ ਇਹ ਅਕਤੂਬਰ ਦੇ ਵਿੱਚ ਪਬਲਿਸ਼ ਕੀਤੀ ਜਾਂਦੀ ਹੈ। ਅਤੇ ਜੇ ਆਪਾਂ 2021 ਦੀ ਗੱਲ ਕਰੀਏ, ਇਸ ਬਾਰੇ ਦਾ 16ਵਾਂ ਐਡੀਸ਼ਨ ਆ ਸੀਗਾ, 16th ਐਡੀਸ਼ਨ। ਇਹ ਰਿਪੋਰਟ ਨੋਰਮਲੀ 4 ਚੀਜ਼ਾਂ 'ਤੇ, ਮੀਨਸ 4 ਇਹਦੇ 4 ਇੰਡੀਕੇਟਰਸ ਨੇ, ਜਿਸ ਬੇਸ 'ਤੇ ਇਸ ਰਿਪੋਰਟ ਨੂੰ ਪਬਲਿਸ਼ ਕੀਤਾ ਜਾਂਦਾ ਆ। ਸਭ ਤੋਂ ਪਹਿਲਾ ਇੰਡੀਕੇਟਰ ਸਾਡੇ ਕੋਲ ਅੰਡਰ ਨਿਊਟ੍ਰੀਸ਼ਨ, ਸੈਕਿੰਡ ਆ ਚਾਈਲਡ ਵੇਸਟਿੰਗ, ਥਰਡ ਆ ਚਾਈਲਡ ਸਟੰਟਿੰਗ, ਅਤੇ ਫੋਰਥ ਆ ਸਾਡੇ ਕੋਲ ਚਾਈਲਡ ਮੋਰਟੈਲਿਟੀ। ਇਹਨਾਂ ਨੂੰ ਆਪਾਂ ਦੇਖਦੇ ਹਾਂ ਜੀ। ਚਾਈਲਡ ਮੋਰਟੈਲਿਟੀ ਦਾ ਮੀਨਸ ਜਿਹੜੇ ਬੱਚੇ ਦੀ ਡੈਥ ਹੋ ਜਾਂਦੀ ਹੈ ਬਚਪਨ ਦੇ ਵਿੱਚ, ਉਹਨਾਂ ਨੂੰ ਅਸੀਂ ਚਾਈਲਡ ਮੋਰਟੈਲਿਟੀ ਵਿੱਚ ਕੰਸੀਡਰ ਕਰਦੇ ਹਾਂ। ਬਾਕੀ ਆਪਾਂ ਦੇਖਦੇ ਹਾਂ ਕੁਛ ਇੱਕ ਪਿਕਚਰ ਆ, ਇਹਦੇ ਵਿੱਚ ਡਿਫਰੈਂਸ ਬਤਾਇਆ ਗਿਆ ਆ। ਜਿਹੜਾ ਨੋਰਮਲ ਬੱਚਾ ਆ ਉਹਦੀ ਹਾਈਟ ਅਤੇ ਵੇਟ ਸਹੀ ਹੁੰਦਾ ਜੀ। ਜੇ ਆਪਾਂ ਵੇਸਟਿੰਗ ਦੀ ਗੱਲ ਕਰੀਏ, ਉਹਦੇ ਵਿੱਚ ਜਿਹੜਾ ਹੁੰਦਾ ਵੇਟ ਹੁੰਦਾ ਘੱਟ ਅਕੋਰਡਿੰਗ ਟੂ ਦਾ ਹਾਈਟ, ਜਿਹਨੂੰ ਅਸੀਂ ਕਹਿੰਦੇ ਸੋਕੜਾ ਹੋਇਆ ਬੱਚੇ ਨੂੰ, ਕਿ ਉਹ ਸੁੱਕਾ ਜਿਹਾ ਪਿਆ ਆ, ਉਹਦੀ ਹਾਈਟ ਕਾਫੀ ਆ, ਉਹਦਾ ਵੇਟ ਨਹੀਂ ਹੈਗਾ, ਉਹਨੂੰ ਸੋਕੜਾ ਕਹਿੰਦਾ, ਉਹ ਵੇਸਟਿੰਗ ਹੁੰਦਾ। ਸਟੰਟਿੰਗ ਦੀ ਗੱਲ ਕਰੀਏ ਤਾਂ ਲੋ ਹਾਈਟ ਫॉर ਏਜ, ਵੀ ਬੰਦੇ ਦੀ ਹਾਈਟ ਨਹੀਂ ਵਧੀ, ਉਹਦੀ ਏਜ ਵਧੀਆ, ਜਿਹਨੂੰ ਅਸੀਂ ਬੌਣਾ ਬੱਚਾ ਕਹਿ ਦਿੰਦੇ ਆ, ਉਹ ਸਟੰਟਿੰਗ ਹੁੰਦਾ ਆ। ਅਤੇ ਅੰਡਰ ਵੇਟ ਸਾਨੂੰ ਪਤਾ ਹੀ ਆ ਕਿ ਜਿਹਦੀ ਏਜ ਤੇ ਅਕੋਰਡਿੰਗ ਉਹਦਾ ਵੇਟ ਨਹੀਂ ਵਧਿਆ, ਉਹਦੀ ਵੇਟ ਘੱਟ ਆ ਅਤੇ ਉਹਦੀ ਏਜ ਜ਼ਿਆਦਾ ਆ। ਠੀਕ ਆ, ਚਲੋ ਅੱਗੇ ਚੱਲਦੇ ਹਾਂ। ਨੈਕਸਟ ਸਾਡੇ ਕੋਲ ਆ ਗਤੀ ਸ਼ਕਤੀ ਸਕੀਮ। ਗੌਰਮੈਂਟ ਆਫ ਇੰਡੀਆ ਨੇ ਇੱਕ ਸਕੀਮ ਲਾਂਚ ਕੀਤੀ ਹੈ ਜਿਹਦਾ ਨਾਮ ਹੈਗਾ ਗਤੀ ਸ਼ਕਤੀ ਸਕੀਮ। ਇਹ ਸਕੀਮ ਦਾ ਪਲਾਨ ਕੀ ਆ ਕਿ ਅਸੀਂ ਮਲਟੀ ਮੋਡਲ ਕਨੈਕਟੀਵਿਟੀ ਪਲਾਨ ਸਟਾਰਟ ਕਰਨਾ ਜੀ। ਠੀਕ ਹੈ, ਮਲਟੀ ਮੋਡਲ ਕਨੈਕਟੀਵਿਟੀ ਪਲਾਨ ਆ, ਇਹ ਇੱਕ ਬਹੁਤ ਇੰਪੋਰਟੈਂਟ ਗੱਲ ਆ, ਇਹਨੂੰ ਅੰਡਰਲਾਈਨ ਕਰ ਲਓ। ਮਲਟੀ ਮੋਡਲ ਕਨੈਕਟੀਵਿਟੀ ਪਲਾਨ ਆ। ਏਮ ਇਹਦਾ ਕੀ ਆ? ਇਹਦਾ ਏਮ ਇਹ ਆ ਕਿ ਕੋਆਰਡੀਨੇਟ ਪਲਾਨਿੰਗ ਐਂਡ ਐਗਜ਼ੀਕਿਊਟ ਦਾ ਇਨਫਰਾਸਟਰਕਚਰ ਪ੍ਰੋਜੈਕਟ ਇਨ ਦਾ ਨੈਕਸਟ 4 ਈਅਰ। ਜਿੰਨੇ ਵੀ ਇਨਫਰਾਸਟਰਕਚਰ ਪ੍ਰੋਜੈਕਟ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ ਅਤੇ ਕੋਆਰਡੀਨੇਟ ਕਰਨਾ, ਮੀਨਸ ਚੰਗੀ ਤਰ੍ਹਾਂ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਕਰਨੀ ਇੰਡੀਆ ਦੇ ਵਿੱਚ। ਕਾਰਨ ਕੀ ਹੈ? ਜਿਹੜੀ ਸਾਡੀ ਲੋਜਿਸਟਿਕ ਕੋਸਟ ਆ, ਮੀਨਸ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਦੀ ਕੋਸਟ ਆ, ਉਹ ਕਾਫੀ ਜ਼ਿਆਦਾ ਆ, ਨੀਅਰ ਅਬਾਊਟ 13% ਆਫ ਦਾ GDP। ਜੇ ਅਸੀਂ ਗੱਲ ਕਰੀਏ ਡਿਵੈਲਪਡ ਕੰਟਰੀਜ਼ ਦੀ, ਤਾਂ ਉੱਥੇ ਕੋਸਟ ਕਾਫੀ ਘੱਟ ਆ, ਲਗਭਗ 8% ਤੋਂ ਵੀ ਘੱਟ ਆ। ਅਤੇ ਇੰਡੀਆ ਵੀ ਚਾਹੁੰਦਾ ਕਿ ਜਿਹੜੀ ਸਾਡੀ ਲੋਜਿਸਟਿਕ ਕੋਸਟ ਆ, ਮੀਨਸ ਟਰਾਂਸਪੋਰਟੇਸ਼ਨ ਦੀ ਕੋਸਟ ਆ, ਉਹ 13% ਤੋਂ ਘੱਟ ਕੇ 8% 'ਤੇ ਆਵੇ। ਇਹਦਾ ਬੈਨੀਫਿਟ ਕੀ ਹੋਊਗਾ? ਇਹਦਾ ਬੈਨੀਫਿਟ ਇਹ ਆ ਕਿ ਜਿਹੜੇ ਸਾਡੇ ਪ੍ਰੋਡਕਟ ਆ, ਜਦੋਂ ਉਹ ਬਾਹਰਲੀਆਂ ਕੰਟਰੀਆਂ ਵਿੱਚ ਜਾਣਗੇ ਤਾਂ ਉਹ ਜ਼ਿਆਦਾ ਕੰਪੀਟੀਸ਼ਨ ਦੇਣਗੇ, ਕਿਉਂਕਿ ਸਾਡਾ ਵੀ ਫਿਰ ਪ੍ਰਾਈਸ ਘੱਟ ਆਊਗਾ ਅਤੇ ਸਾਡੇ ਪ੍ਰੋਡਕਟ ਨੂੰ ਵੀ ਲੋਕ ਖਰੀਦਣਗੇ। ਇਹਦੇ ਅੰਡਰ 16 ਇਨਫਰਾਸਟਰਕਚਰ ਜਿਹੜੇ ਰਿਲੇਟਡ ਪ੍ਰੋਜੈਕਟਾਂ ਅਤੇ ਮਿਨਿਸਟਰੀਜ਼ ਨੂੰ ਇਕੱਠਾ ਕੀਤਾ ਗਿਆ ਆ। ਅਤੇ ਇਹਦੇ ਅੰਡਰ 110 ਲੱਖ ਕਰੋੜ ਦਾ ਨੈਸ਼ਨਲ ਇਨਫਰਾਸਟਰਕਚਰ ਪਾਈਪਲਾਈਨ ਜੋ ਲਾਂਚ ਕੀਤੀ ਗਈ ਸੀ 2019 ਵਿੱਚ, ਉਹਨੂੰ ਵੀ ਇਕੱਠਾ ਇਹਦੇ ਅੰਡਰ ਹੀ ਕਰ ਲਿਆ ਗਿਆ। ਹੋਰ ਇਸ ਸਕੀਮ ਦੇ ਅੰਡਰ ਅਸੀਂ ਕੀ ਕਰਨਾ ਹੈ? ਜਿਹੜਾ 4G ਦੀ ਕਨੈਕਟੀਵਿਟੀ ਆ ਉਹਨੂੰ ਸਾਰੇ ਪਿੰਡਾਂ ਤੱਕ ਲੈ ਕੇ ਜਾਣਾ। ਇਹਦੇ ਨਾਲ ਨਾਲ ਅਸੀਂ 11 ਇੰਡਸਟਰੀਅਲ ਕੋਰੀਡੋਰ ਵੀ ਬਣਾਉਣੇ ਆ ਅਤੇ 2 ਨਵੇਂ ਡਿਫੈਂਸ ਕੋਰੀਡੋਰ ਵੀ ਬਣਾਉਣੇ ਆ, ਜਿਹੜਾ ਕਿ ਇੱਕ ਤਾਮਿਲਨਾਡੂ 'ਚ ਬਣੂਗਾ ਅਤੇ ਦੂਜਾ UP ਵਿੱਚ ਬਣੂਗਾ। ਇਹਦੇ ਨਾਲ ਨਾਲ ਅਸੀਂ ਦੇਖਦੇ ਹਾਂ ਗਤੀ ਸ਼ਕਤੀ ਦੇ ਵਿੱਚ ਹੋਰ ਕੀ ਆਉਂਦਾ ਸਾਡੇ ਕੋਲ। ਇੱਕ ਤਾਂ ਅਸੀਂ 109 ਫਾਰਮਾ ਐਂਡ ਮੈਡੀਕਲ ਡਿਵਾਈਸ ਕਲਸਟਰ ਬਣਾਉਣੇ ਆ, 90 ਟੈਕਸਟਾਈਲ ਕਲਸਟਰ ਬਣਾਉਣੇ ਆ ਅਤੇ ਮੈਗਾ ਟੈਕਸਟਾਈਲ ਪਾਰਕ ਬਣਾਉਣੇ ਆ।
ਇਹਦੇ ਨਾਲ ਅਸੀਂ 11 ਇੰਡਸਟਰੀਅਲ ਕੋਰੀਡੋਰ ਜਿਵੇਂ ਆਪਾਂ ਹੁਣੇ ਦੇਖ ਕੇ ਹਟੇ ਹਾਂ, 2 ਡਿਫੈਂਸ ਕੋਰੀਡੋਰ ਬਣਾਉਣੇ ਆ। ਇਹ ਸਾਡੇ ਤੇ ਇਹਦੇ ਨਾਲ ਕੀ ਆ ਜੀ, ਡਿਵੈਲਪ ਕਰਨੇ ਆ 25,000 ਏਕੜ ਦੇ ਵਿੱਚ ਜਿਹੜਾ ਇੰਡਸਟਰੀਅਲ ਏਰੀਆਜ਼ ਆ। ਠੀਕ ਆ, ਕਾਫੀ ਇੱਕ ਇੰਪੋਰਟੈਂਟ ਸਕੀਮ ਆ। ਇਹਦਾ ਜਿਹੜਾ ਇੰਪੋਰਟੈਂਟ ਲਾਈਨ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਆ ਉਹ ਇਹੀ ਆ ਕਿ ਇਹ ਕੀ ਆ, ਮਲਟੀ ਮੋਡਲ ਕਨੈਕਟੀਵਿਟੀ ਪ੍ਰੋਗਰਾਮ ਆ ਜੀ। ਬਹੁਤ ਇੰਪੋਰਟੈਂਟ ਗੱਲ ਆ, ਇਹਨੂੰ ਯਾਦ ਰੱਖਿਓ ਤੇ ਸਾਡਾ ਐਗਜ਼ਾਮ ਦੇ ਵਿੱਚ ਜੇ ਕੁਐਸਚਨ ਆਇਆ ਤਾਂ ਸਹੀ ਜ਼ਰੂਰ ਹੋਊਗਾ ਜੀ। ਚਲੋ ਅੱਗੇ ਚੱਲਦੇ ਹਾਂ। ਗਲੋਬਲ ਕਲਾਈਮੇਟ ਰਿਸਕ ਇੰਡੈਕਸ, ਇਹ ਵੀ ਇੱਕ ਇੰਡੈਕਸ ਆ ਜੋ ਕਿ ਲਾਂਚ ਕੀਤਾ ਗਿਆ, ਰਿਲੀਜ਼ ਕੀਤਾ ਗਿਆ ਆ ਜਰਮਨ ਵਾਚ ਦੇ ਦੁਆਰਾ। ਇਸ ਇੰਡੈਕਸ ਨੇ ਕੀ ਕਰਨਾ, ਇਸ ਇੰਡੈਕਸ ਨੇ ਐਨਾਲਾਈਜ਼ ਕਰਨਾ ਆ ਕਿ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਆ ਉਹਦਾ, ਜਾਂ ਵੈਦਰ ਰਿਲੇਟਡ ਜਿੰਨਾ ਵੀ ਕਲਾਈਮੇਟ ਚੇਂਜ ਹੋ ਰਿਹਾ ਆ ਉਹਦਾ ਕੀ ਇਫੈਕਟ ਪੈ ਰਿਹਾ, ਕੀ ਇੰਪੈਕਟ ਪੈ ਰਿਹਾ ਆ ਅਲੱਗ-ਅਲੱਗ ਕੰਟਰੀਜ਼ ਦੇ। ਮੀਨਸ ਜਦੋਂ ਇਨਵਾਇਰਮੈਂਟ ਚੇਂਜ ਹੋਣ ਦੇ ਨਾਲ ਜੋ ਵੈਦਰ ਰਿਲੇਟਡ ਲੋਸ ਹੋ ਰਿਹਾ ਆ, ਜਿਵੇਂ ਕਿ ਸਟਰੋਮ ਆ ਗਿਆ ਉਹਨਾਂ ਕੀ ਲੋਸ ਹੋ ਗਿਆ, ਕਿੰਨਾ ਲੋਸ ਹੋ ਗਿਆ, ਫਲੱਡਸ ਆ ਗਿਆ ਉਹਨਾਂ ਕਿੰਨਾ ਲੋਸ ਹੋ ਗਿਆ, ਹੀਟ ਵੇਵਸ ਆ ਗਈਆਂ ਉਹਨਾਂ ਕਿੰਨਾ ਲੋਸ ਹੋ ਗਿਆ, ਉਹਨਾਂ ਸਾਰਿਆਂ ਨੂੰ ਜੱਜ ਕਰਨਾ, ਫਿਰ ਕੰਟਰੀਜ਼ ਨੂੰ ਰੈਂਕ ਦੇਣੀ ਕਿ ਕਿਹੜੀ ਕੰਟਰੀ ਦੇ ਵਿੱਚ ਜ਼ਿਆਦਾ ਰਿਸਕ ਆ। ਠੀਕ ਹੈ, ਇਹਦਾ ਕੰਮ ਆ। ਬਸ ਤੁਸੀਂ ਜਰਮਨ ਵਾਚ ਦਾ ਨਾਮ ਯਾਦ ਰੱਖਿਓ ਜਦੋਂ ਵੀ ਗਲੋਬਲ ਕਲਾਈਮੈਟਿਕ ਰਿਸਕ ਇੰਡੈਕਸ ਦੀ ਗੱਲ ਆਊਗੀ। ਨੈਕਸਟ ਚੱਲਦੇ ਹਾਂ ਸਾਡੇ ਕੋਲੇ ਅਰਥ ਸ਼ੂਟ ਪ੍ਰਾਈਜ਼। ਵਿਦਯੁਤ ਮੋਹਨ ਨਾਮ ਦੀ ਇੱਕ ਪਰਸਨੈਲਿਟੀ ਆ ਜੋ ਕਿ ਦਿੱਲੀ 'ਚ ਰਹਿੰਦੇ ਆ। ਉਹ ਇੱਕ ਐਂਟਰਪ੍ਰੇਨਿਓਰ ਆ, ਉਹਨਾਂ ਨੇ ਦਾ ਅਰਥ ਸ਼ੂਟ ਪ੍ਰਾਈਜ਼ ਜਿੱਤਿਆ। ਪਹਿਲੀ ਗੱਲ ਤਾਂ ਇਹ ਜਿੱਤਿਆ ਕਿਹਨਾਂ ਨੇ ਆ। ਠੀਕ ਆ, ਹੁਣ ਇਹ ਹੈ ਕੌਣ? ਇਹ ਜਿਹੜਾ ਪ੍ਰਾਈਜ਼ ਹੈ ਇਹਨਾਂ ਨੂੰ ਮਿਲਿਆ ਆ ਇਨੋਵੇਟਿਵ ਟੈਕਨੋਲੋਜੀ ਦੇ ਲਈ। ਟੈਕਨੋਲੋਜੀ ਕਾਹਦੇ ਨਾਲ ਰਿਲੇਟਡ ਆ ਕਿ ਇਹਨਾਂ ਨੇ ਰੀਸਾਈਕਲ ਕੀਤਾ ਹੈ ਐਗਰੀਕਲਚਰ ਵੇਸਟ ਨੂੰ ਫਿਊਲ ਦੇ ਵਿੱਚ। ਮੀਨਸ ਜੋ ਐਗਰੀਕਲਚਰ ਵੇਸਟ ਆ ਉਹਨੂੰ ਇਹਨਾਂ ਨੇ ਫਿਊਲ ਦੇ ਵਿੱਚ ਕਨਵਰਟ ਕਰ ਦਿੱਤਾ। ਇਹ ਇਹਨਾਂ ਦੀ ਇਨੋਵੇਸ਼ਨ ਆ। ਇਸ ਇਨੋਵੇਸ਼ਨ ਦੇ ਲਈ ਵਿਦਯੁਤ ਮੋਹਨ ਨੂੰ ਮਿਲਿਆ ਆ ਅਰਥ ਸ਼ੂਟ ਪ੍ਰਾਈਜ਼। ਇਸ ਅਵਾਰਡ ਨੂੰ ਐਸਟੈਬਲਿਸ਼ ਕੀਤਾ ਗਿਆ 2020-21 ਦੇ ਵਿੱਚ, ਅਤੇ ਫਸਟ ਟਾਈਮ ਜਿਹੜਾ ਪਹਿਲੇ ਸਾਲ ਇਹ ਅਵਾਰਡ ਦਿੱਤਾ ਗਿਆ ਇਹਨਾਂ ਲੋਕਾਂ ਨੂੰ। ਉਸ ਤੋਂ ਬਾਅਦ 5 ਫਾਈਨਲਿਸਟ ਅਸੀਂ ਚੁਣਨੇ ਆ ਬਿਟਵੀਨ 2021 ਤੋਂ ਲੈ ਕੇ 2030 ਤੱਕ, ਜਿਹੜੇ ਕਿ ਸੋਲਿਊਸ਼ਨ ਦੇਣਗੇ ਕਲਾਈਮੇਟ ਚੇਂਜ ਦੇ ਰਿਲੇਟਡ। ਜੇ ਆਪਾਂ ਪ੍ਰਾਈਜ਼ ਦੀ ਗੱਲ ਕਰੀਏ, ਇਸ ਪ੍ਰਾਈਜ਼ ਦੇ ਵਿੱਚ ਸਾਡੇ ਕੋਲੇ 1 ਮਿਲੀਅਨ ਯੂਰੋ ਮਿਲਣਗੇ, ਅਤੇ ਜਿਹੜਾ ਇਹ ਵਿਨਰ ਆ ਉਹਨੂੰ ਚੂਜ਼ ਕੌਣ ਕਰੂਗੀ? ਅਰਥ ਸ਼ੂਟ ਪ੍ਰਾਈਜ਼ ਕਾਉਂਸਲ। ਇਹ ਜਿਹੜੇ ਵਿਨਰਸ ਆ ਇਸ ਬੋਡੀ ਦੇ ਦੁਆਰਾ ਚੂਜ਼ ਕੀਤੇ ਜਾਣਗੇ। ਤੇ ਸਾਡੇ ਇੰਡੀਆ ਵਾਲੇ ਨੇ ਉਹ ਇਹ ਪਰਸਨੈਲਿਟੀ ਆ ਜਿਨ੍ਹਾਂ ਦੀ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ। ਇੱਕ ਇਹਨਾਂ ਦੀ ਹੋਰ ਫੋਟੋ ਸਾਡੇ ਕੋਲੇ ਥੱਲੇ ਵੀ ਮਿਲਦੀ ਹੈ ਜੀ। ਇਹਨਾਂ ਨੂੰ ਮਿਲਿਆ ਆ ਦਾ ਅਰਥ ਸ਼ੂਟ ਪ੍ਰਾਈਜ਼, ਇਹ ਉਹਦੇ ਵਿਨਰ ਨੇ। ਚਲੋ ਅੱਗੇ ਚੱਲਦੇ ਹਾਂ ਨੈਕਸਟ ਨਿਊਜ਼ ਨੂੰ। ਜਿਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ GIS, ਨੀਤੀ ਆਯੋਗ ਨੇ ਲਾਂਚ ਕੀਤਾ ਆ ਜਿਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ। ਕਾਹਦੇ ਬੇਸ 'ਤੇ ਆ ਇਹ ਜੀ? ਜੋ ਸਪੈਸ਼ਲ ਐਨਰਜੀ ਮੈਪਿੰਗ ਆਫ ਇੰਡੀਆ, ਮੀਨਸ ਜੋ ਇੰਡੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਜਿਹੜੇ ਐਨਰਜੀ ਦੇ ਸੋਰਸਿਸ ਨੇ, ਐਨਰਜੀ ਦੇ ਰਿਸੋਰਸ ਨੇ, ਉਹਨਾਂ ਨੂੰ ਅਸੀਂ ਮੈਪ ਕਰਨਾ। ਠੀਕ ਆ, ਜਿਹੜੀ ਇਹ ਸਾਡਾ ਸਿਸਟਮ ਆ GIS, ਇਹ ਡਿਵੈਲਪ ਕੀਤਾ ਗਿਆ ਨੀਤੀ ਆਯੋਗ ਦੇ ਦੁਆਰਾ। ਲੇਕਿਨ ਨੀਤੀ ਆਯੋਗ ਨੇ ਹੈਲਪ ਲਈ ਆ ਇਸਰੋ ਦੀ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀ। ਦੋਨਾਂ ਨੇ ਮਿਲ ਕੇ ਹੀ ਜੋ ਇੰਡੀਆ ਦੇ ਵਿੱਚ ਜਿੰਨੇ ਵੀ ਐਨਰਜੀ ਦੇ ਰਿਸੋਰਸਿਸ ਨੇ ਉਹਨਾਂ ਦੀ ਮੈਪਿੰਗ ਕੀਤੀ ਆ। ਇਹਦੇ ਵਿੱਚ ਜਿਹੜੀ ਸਾਡੀ ਐਨਰਜੀ ਮਿਨਿਸਟਰੀ ਆ ਉਹਨੇ ਵੀ ਹੈਲਪ ਜ਼ਰੂਰ ਕੀਤੀ ਆ ਇਸ ਬੋਡੀ ਦੀ, ਇਸ ਇੰਡੈਕਸ ਨੂੰ ਤਿਆਰ ਕਰਨ ਦੇ ਲਈ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਨਿਊਜ਼ ਆ ਇੰਟਰਨੈਸ਼ਨਲ ਐਨਰਜੀ ਏਜੰਸੀ। ਇਹ ਨਿਊਜ਼ ਦੇ ਵਿੱਚ ਕਿਉਂ? ਇਸ ਕਰਕੇ ਕਿਉਂਕਿ ਜੋ ਇੰਟਰਨੈਸ਼ਨਲ ਐਨਰਜੀ ਏਜੰਸੀ ਆ ਉਹਨੇ ਇੰਡੀਆ ਨੂੰ ਇਨਵਾਈਟ ਕੀਤਾ ਕਿ ਤੁਸੀਂ ਸਾਡਾ ਫੁੱਲ ਮੈਂਬਰ ਬਣ ਸਕਦੇ ਹੋ। ਹੁਣ ਇਹਨਾਂ ਨੇ ਇਨਵਾਈਟ ਕਿਉਂ ਕੀਤਾ? ਕਿਉਂਕਿ ਇੰਡੀਆ ਦੀ ਜੇ ਗੱਲ ਕਰੀਏ ਤਾਂ ਉਹ ਵਰਲਡ ਦੀ 3rd ਲਾਰਜੈਸਟ ਐਨਰਜੀ ਕੰਜ਼ਿਊਮਿੰਗ ਕੰਟਰੀ ਆ। ਮੀਨਸ ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਵਰਲਡ ਦੇ ਵਿੱਚ 2 ਇਦੋਂ ਉੱਪਰ ਹੋਰ ਕੰਟਰੀਆਂ ਜ਼ਿਆਦਾ ਨੇ ਜੋ ਐਨਰਜੀ ਦਾ ਕੰਜ਼ੰਪਸ਼ਨ ਕਰਦੀਆਂ ਨੇ। ਇੰਡੀਆ ਤੀਜੇ ਨੰਬਰ 'ਤੇ ਆ। ਇਸ ਚੀਜ਼ ਦੇ ਵਿੱਚ ਮੈਂਬਰ ਬਣਨ ਦੇ ਲਈ ਕੁਝ ਪ੍ਰਪੋਜ਼ਲ ਹੁੰਦੇ ਆ ਜਿਨ੍ਹਾਂ ਨੂੰ ਐਕਸੈਪਟ ਕਰਨਾ ਪੈਂਦਾ, ਜਿਵੇਂ ਕਿ ਇੰਡੀਆ ਨੂੰ ਜਿਹੜੀ ਇਨਕਰੀਜ਼ ਕਰਨਾ ਪੈਣਾ ਆਪਦਾ ਸਟ੍ਰੈਟੇਜਿਕ ਆਇਲ ਰਿਜ਼ਰਵ ਆ ਉਹ 90 ਦਿਨਾਂ ਦਾ। ਇਹਦੇ ਨਾਲ ਜਿਹੜੇ ਆ IEA ਦੇ 30 ਮੈਂਬਰਸ ਨੇ, ਅਤੇ ਜਿਨ੍ਹਾਂ ਦੇ ਵਿੱਚ 8 ਹੈਗੇ ਆ ਐਸੋਸੀਏਟਡ ਮੈਂਬਰ। ਜੇ ਆਪਾਂ IEA ਦੀ ਗੱਲ ਕਰੀਏ, ਇੰਟਰਨੈਸ਼ਨਲ ਐਨਰਜੀ ਏਜੰਸੀ, ਉਹਦੇ ਵਿੱਚ ਐਟ ਪ੍ਰੈਜ਼ੈਂਟ 30 ਮੈਂਬਰਸ ਨੇ ਅਤੇ 8 ਐਸੋਸੀਏਟਡ ਮੈਂਬਰਸ ਵੀ ਨੇ। IEA ਦੀ ਗੱਲ ਕਰੀਏ, ਇੱਕ ਰਿਪੋਰਟ ਵੀ ਪਬਲਿਸ਼ ਕਰਦੀ ਹੈ ਜਿਹਦਾ ਨਾਮ ਹੈਗਾ ਵਰਲਡ ਐਨਰਜੀ ਆਊਟਲੁੱਕ ਰਿਪੋਰਟ 2021। ਰਿਪੋਰਟਸ ਦੇ ਵਿੱਚੋਂ ਸਾਡੀ ਜਿਹੜੀ PPSC ਆ ਬਹੁਤ ਕੁਐਸਚਨ ਪੁੱਛਦੀ ਹੁੰਦੀ ਆ। ਰਿਪੋਰਟਸ ਕਿਹੜੀ ਰਿਪੋਰਟ ਕਿਹਨੇ ਪਬਲਿਸ਼ ਕੀਤੀ ਆ ਉਹਨੂੰ ਮਿਸ ਨਾ ਕਰਿਓ ਜੀ। ਤਾਂ ਹੀ ਮੈਂ ਜੇ ਕੋਈ ਬੋਡੀ ਵੀ ਨਿਊਜ਼ ਚਾਹੁੰਦੀ ਆ ਉਹ ਕਿਹੜੀ ਰਿਪੋਰਟ ਨੂੰ ਪਬਲਿਸ਼ ਕਰਦੀ ਉਹ ਮੈਂ ਦੱਸੀ ਜਾਂਦਾ ਨਾਲ। ਨੈਕਸਟ ਨਿਊਜ਼ ਸਾਡੇ ਕੋਲ ਜੀ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ WMO ਨੇ ਇੱਕ ਰਿਪੋਰਟ ਤਿਆਰ ਕੀਤੀ ਆ, ਜਿਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਅਫਰੀਕਾ ਦੇ ਰੇਅਰ ਗਲੇਸ਼ੀਅਰ ਆ ਉਹ ਡਿਸਅਪੀਅਰ ਹੋ ਰਹੇ ਆ, ਅਤੇ ਉਹ ਡਿਸਅਪੀਅਰ ਕਦੋਂ ਤੱਕ ਹੋ ਜਾਣਗੇ? ਆਉਣ ਵਾਲੇ 2 ਡੈਕੇਡਸ ਦੇ ਵਿੱਚ, ਆਉਣ ਵਾਲੇ 20 ਸਾਲਾਂ ਦੇ ਵਿੱਚ ਇਹ ਸਾਨੂੰ ਨਹੀਂ ਮਿਲਣਗੇ। ਕਾਰਨ ਕੀ ਆ? ਕਿਉਂਕਿ ਜੋ ਗਲੋਬਲ ਵਾਰਮਿੰਗ ਆ ਵੱਧ ਰਹੀ ਆ, ਉਹਦੇ ਕਰਕੇ ਉੱਥੇ ਟੈਂਪਰੇਚਰ ਵੱਧ ਰਿਹਾ, ਅਤੇ ਉਹਦੇ ਨਾਲ ਸਾਨੂੰ ਜਿਹੜੇ ਗਲੇਸ਼ੀਅਰਸ ਆ ਅਫਰੀਕਾ ਵਿੱਚ ਨਹੀਂ ਮਿਲਣਗੇ। ਨੋਰਮਲੀ ਸਾਡੇ ਕੋਲ 3 ਗਲੇਸ਼ੀਅਰਸ ਨੇ ਅਫਰੀਕਾ ਦੇ ਵਿੱਚ,
ਜਿਹੜੇ ਕਿ ਇੱਕ ਹੈਗਾ ਮਾਊਂਟ ਕਿਲੀਮੰਜਾਰੋ 'ਤੇ, ਦੂਜਾ ਹੈਗਾ ਮਾਊਂਟ ਕੀਨੀਆ 'ਤੇ ਜੋ ਕੀਨੀਆ ਵਿੱਚ ਆ, ਮਾਊਂਟ ਕਿਲੀਮੰਜਾਰੋ ਸਾਨੂੰ ਤੰਜ਼ਾਨੀਆ ਦੇ ਵਿੱਚ ਮਿਲਦਾ ਆ, ਅਤੇ ਜੋ ਤੀਜਾ ਗਲੇਸ਼ੀਅਰ ਹੋਏਗਾ ਸਾਡੇ ਕੋਲ ਰੂਵੈਂਜ਼ੋਰੀ ਮਾਊਂਟੇਨ ਯੂਗਾਂਡਾ ਦੇ ਵਿੱਚ। ਮੈਪ ਦੇ ਜ਼ਰੀਏ ਆਪਾਂ ਦੇਖਦੇ ਹਾਂ ਇਹਨਾਂ ਦੀ ਲੋਕੇਸ਼ਨ ਕਿੱਥੇ ਕਿੱਥੇ ਆ। ਸਾਡੇ ਕੋਲ ਪਹਿਲਾ ਹੈਗਾ ਸੀਗਾ ਜੀ ਕਿਲੀਮੰਜਾਰੋ, ਅਤੇ ਕਿਲੀਮੰਜਾਰੋ ਸਾਨੂੰ ਮਿਲਦਾ ਆ ਤੰਜ਼ਾਨੀਆ ਦੇ ਵਿੱਚ ਆ ਰਿਹਾ ਕਿਲੀਮੰਜਾਰੋ ਦੀ ਜੋ ਹਿੱਲ ਆ ਸਾਡੇ ਕੋਲ। ਦੂਜੇ ਨੰਬਰ 'ਤੇ ਸਾਡੇ ਕੋਲ ਹੈਗਾ ਮਾਊਂਟ ਕੀਨੀਆ, ਅਤੇ ਮਾਊਂਟ ਕੀਨੀਆ ਸਾਨੂੰ ਕੀਨੀਆ ਦੇ ਵਿੱਚ ਹੀ ਮਿਲਦਾ ਆ। ਇਹ ਅਫਰੀਕਾ ਦਾ ਆਪਣਾ ਮੈਪ ਹੈ। ਇੱਕ ਹੈਗੀ ਆ ਲੇਕ ਵਿਕਟੋਰੀਆ, ਅਤੇ ਲੇਕ ਵਿਕਟੋਰੀਆ ਸਾਨੂੰ ਯੂਗਾਂਡਾ ਕੰਟਰੀ ਦੇ ਵਿੱਚ, ਕੀਨੀਆ ਅਤੇ ਤੰਜ਼ਾਨੀਆ ਦੇ ਵਿੱਚ, ਤਿੰਨਾਂ ਦੇ ਵਿੱਚ ਇਹ ਮਿਲਦੀ ਆ। ਬਹੁਤ ਇੰਪੋਰਟੈਂਟ ਲੇਕ ਆ, ਇਹਨੂੰ ਵੀ ਯਾਦ ਰੱਖਿਓ। ਚਲੋ ਅੱਗੇ ਚੱਲਦੇ ਹਾਂ। ਬਰੰਟ ਕਰੂਡ ਆਇਲ, ਬਰੰਟ ਕਰੂਡ ਆਇਲ, ਠੀਕ ਆ। ਕਈ ਵਾਰੀ ਐਗਜ਼ਾਮ 'ਚ ਮੈਂ ਇੱਕ ਦੋ ਵਾਰ ਕੁਐਸਚਨ ਦੇਖਿਆ ਬਰੰਟ ਹੀ ਪੁੱਛ ਲਿਆ ਕਿ ਬਰੰਟ ਕਾਹਦੇ ਨਾਲ ਰਿਲੇਟ ਕਰਦਾ ਆ। ਬਰੰਟ ਇੱਕ ਬੈਂਚਮਾਰਕ ਆ, ਠੀਕ ਆ। ਬਰੰਟ ਕੀ ਹੈ? ਇੱਕ ਬੈਂਚਮਾਰਕ ਆ ਜੋ ਕਿ ਆਇਲ ਦੇ ਪ੍ਰਾਈਸ ਨੂੰ ਡਿਸਾਈਡ ਕਰਦਾ। ਸਿੰਪਲੀ ਪਹਿਲਾਂ ਮੈਂ ਦੱਸਤਾ, ਚਲੋ ਅੱਗੇ ਆਪਾਂ ਦੇਖਦੇ ਹਾਂ। ਨਿਊਜ਼ ਦੇ ਵਿੱਚ ਇਸ ਕਰਕੇ ਆ ਕਿਉਂਕਿ ਜੋ ਆਪਣੇ ਕਰੂਡ ਆਇਲ ਦੀ ਗੱਲ ਕਰੀਏ ਉਹਦੇ ਪ੍ਰਾਈਸ ਕਾਫੀ ਜ਼ਿਆਦਾ ਹੁਣ ਵੱਧ ਰਿਹਾ ਹੌਲੀ ਹੌਲੀ। ਜਿਹੜਾ ਬ੍ਰੈਂਟ ਕਰੂਡ ਆਇਲ ਪ੍ਰਾਈਸ ਆ ਉਹ ਵੀ $85 ਪਰ ਬੈਰਲ ਦੇ ਅਰਾਊਂਡ ਪਹੁੰਚ ਚੁੱਕਾ ਆ, ਜੋ ਕਿ ਕਾਫੀ ਜ਼ਿਆਦਾ ਪ੍ਰਾਈਸ ਆ 2018 ਤੋਂ ਬਾਅਦ। ਅਤੇ ਸਾਡੇ ਲਈ ਇੰਪੋਰਟੈਂਟ ਕੀ ਆ, ਪ੍ਰਾਈਸ ਨਾ ਵੀ ਯਾਦ ਰੱਖਿਓ ਕੋਈ ਚੱਕਰ ਨਹੀਂ, ਲੇਕਿਨ ਇੰਨੀ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਜਿਹੜਾ ਬ੍ਰੈਂਟ ਕਰੂਡ ਆਇਲ ਕੀ ਆ ਇਹ ਬੈਂਚਮਾਰਕ ਆ, ਠੀਕ ਆ ਜੀ। ਜਿਹੜੀ ਬ੍ਰੈਂਟ ਕਰੂਡ ਆਇਲ ਦੀ ਆਪਾਂ ਗੱਲ ਕਰੀਏ ਓਰੀਜਨੇਟ ਕਿੱਥੋਂ ਹੋਇਆ ਸੀਗਾ, ਆਇਲ ਫੀਲਡ ਆ ਜੋ ਕਿ ਸਾਨੂੰ ਨਾਰਥ ਸੀ ਐਂਡ ਸ਼ੈਟਲੈਂਡ ਆਈਲੈਂਡ ਐਂਡ ਨਾਰਵੇ ਦੇ ਵਿਚਕਾਰ ਮਿਲਦਾ ਆ। ਜੇ ਆਪਾਂ ਇਹਨੂੰ ਮੈਪ 'ਤੇ ਦੇਖੀਏ ਤਾਂ ਸਾਡੇ ਕੋਲ ਇਹ ਰਿਹਾ ਜੀ ਸ਼ੈਟਲੈਂਡ ਆਈਲੈਂਡ, ਇਹ ਰਿਹਾ ਨਾਰਵੇ, ਅਤੇ ਸਾਨੂੰ ਇੱਥੇ ਮਿਲਦਾ। ਇਸੇ ਮੈਪ ਦੇ ਵਿੱਚ ਅਸੀਂ ਕੁਛ ਹੋਰ ਚੀਜ਼ਾਂ ਵੀ ਦੇਖ ਲੈਂਦੇ ਹਾਂ, ਜਿਵੇਂ ਕਿ ਡੈਨਮਾਰਕ ਕੰਟਰੀ ਹੋ ਗਈ ਸਾਡੇ ਕੋਲ, UK ਦੇਖ ਲਿਆ ਆਪਾਂ, ਇੰਗਲੈਂਡ ਹੋ ਗਿਆ, ਐਟਲਾਂਟਿਕ ਓਸ਼ਨ ਹੋ ਗਿਆ ਸਾਡੇ ਕੋਲ, ਨੋਰਵੇਵੀਅਨ ਸੀ ਹੋ ਗਿਆ, ਸਟ੍ਰੇਟ ਆਫ ਡੋਵਰ ਜੋ ਇੰਗਲਿਸ਼ ਚੈਨਲ ਹੋ ਗਿਆ ਇਹ ਵਾਲਾ, ਠੀਕ ਹੈ। ਇਹ ਕੁਛ ਇੰਪੋਰਟੈਂਟ ਹੋਰ ਗੱਲਾਂ ਨੇ ਜੋ ਅਸੀਂ ਧਿਆਨ ਨਾਲ ਦੇਖਣੀਆਂ ਨੇ। ਚਲੋ ਅੱਗੇ ਚੱਲਦੇ ਹਾਂ, ਇਸੇ ਨਿਊਜ਼ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਬ੍ਰੈਂਟ ਕਰੂਡ ਪ੍ਰਾਈਸ ਕੀ ਹੈ? ਇੱਕ ਇੰਟਰਨੈਸ਼ਨਲ ਬੈਂਚਮਾਰਕ ਆ ਪ੍ਰਾਈਸ ਦਾ। ਮੈਂ ਜਿਵੇਂ ਦੱਸਿਆ ਕਿ ਜਿਹੜੇ ਪ੍ਰਾਈਸ ਦੇ ਬੈਂਚਮਾਰਕ ਹੁੰਦੇ ਆ, ਸਾਨੂੰ ਜਿਵੇਂ ਕਹਿੰਦੇ ਆਪਾਂ ਕਿ ਕਿਸੇ ਵੀ ਚੀਜ਼ ਦਾ ਪ੍ਰਾਈਸ ਕਿੰਨਾ ਆ ਉਹ ਕੌਣ ਡਿਸਾਈਡ ਕਰਦਾ, ਇੱਕ ਔਰਗਨਾਈਜੇਸ਼ਨ ਹੁੰਦੀ ਆ, ਅਤੇ ਇਹ ਇੱਕ ਔਰਗਨਾਈਜੇਸ਼ਨ ਹੀ ਆ। ਇਹ ਔਰਗਨਾਈਜੇਸ਼ਨ ਫੋਲੋ ਕੀਤੀ ਜਾਂਦੀ ਆ OPEC ਦੇ ਦੁਆਰਾ। ਲੇਕਿਨ ਇੱਕ ਸਾਡੇ ਕੋਲ ਹੋਰ ਅਮਰੀਕਾ ਵੀ ਆ। ਅਮਰੀਕਾ ਇੱਕ ਨਵਾਂ ਸਿਸਟਮ ਯੂਜ਼ ਕਰਦੀ ਹੈ, ਜੇ ਇੱਕ ਅਲੱਗ ਸਿਸਟਮ ਯੂਜ਼ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ WTI, ਉਹ ਹੈਗਾ ਬੈਸਟ ਟੈਕਸਸ ਇੰਟਰਮੀਡੀਏਟ। ਮੀਨਜ਼ ਜੋ OPEC ਕੰਟਰੀਜ਼ ਆ ਉਹਨਾਂ ਦੇ ਲਈ ਇੱਕ ਅਲੱਗ ਬੈਂਚਮਾਰਕ ਆ ਕਰੂਡ ਆਇਲ ਦਾ, ਅਤੇ ਜੋ USA ਉਹਦੇ ਲਈ ਇੱਕ ਅਲੱਗ ਬੈਂਚਮਾਰਕ ਆ ਕਰੂਡ ਆਇਲ ਦਾ ਪ੍ਰਾਈਸ ਦੇ ਲਈ। OPEC ਦੇ ਲਈ ਕੋਲ ਹੈਗਾ ਜੀ ਬ੍ਰੈਂਟ ਵਾਲਾ, ਐਂਡ USA ਕੋਲ ਹੈਗਾ ਆ WTI ਵਾਲਾ। ਲੇਕਿਨ ਜੋ ਇੰਡੀਆ ਆ ਉਹ ਜ਼ਿਆਦਾਤਰ ਜਿਹੜਾ ਆਪਣਾ ਇੰਪੋਰਟ ਕਰਦਾ ਆਇਲ ਉਹ ਕਰਦਾ ਆ ਬ੍ਰੈਂਟ ਕਰੂਡ ਪ੍ਰਾਈਸ ਬੈਂਚਮਾਰਕ ਤੋਂ ਹੀ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਸਾਡੇ ਕੋਲ ਪ੍ਰੋਡਕਸ਼ਨ ਗੈਪ ਰਿਪੋਰਟ। ਪ੍ਰੋਡਕਸ਼ਨ ਗੈਪ ਰਿਪੋਰਟ 2021 ਆ, ਇਹਨੂੰ ਪਬਲਿਸ਼ ਕੀਤਾ ਗਿਆ, ਰਿਲੀਜ਼ ਕੀਤਾ ਗਿਆ UNEP, ਜਿਸ ਦੀ ਫੁੱਲ ਫਾਰਮ ਹੈ ਸਾਡੇ ਕੋਲ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ। ਰਿਪੋਰਟਸ ਬਹੁਤ ਇੰਪੋਰਟੈਂਟ ਨੇ, ਬਾਰ-ਬਾਰ ਕਹਿ ਰਿਹਾ ਹਾਂ, ਮਿਸ ਨਾ ਕਰਿਓ ਜੀ। ਚਲੋ ਅੱਗੇ ਚੱਲਦੇ ਹਾਂ। ਮਾਊਂਟ ਮਨੀਪੁਰ, ਸਾਡੀ ਜਿਹੜੀ ਯੂਨੀਅਨ ਗੌਰਮੈਂਟ ਆ ਉਹਨੇ ਕੁਛ ਇੱਦਾਂ ਦੇ ਮਾਊਂਟੇਨਸ ਆ ਜਿਨ੍ਹਾਂ ਦਾ ਨਾਮ ਚੇਂਜ ਕੀਤਾ ਆ, ਜਿਵੇਂ ਕਿ ਮਾਊਂਟ ਹੈਰੀਅਤ ਜੋ ਕਿ ਅੰਡੇਮਾਨ ਨਿਕੋਬਾਰ ਦਾ ਪਾਰਟ ਆ, ਉਹਦਾ ਨਾਮ ਚੇਂਜ ਕਰਕੇ ਕਰਤਾ ਮਾਊਂਟ ਮਣੀਪੁਰ। ਜਿਹੜੀ ਮਾਊਂਟ ਹੈਰੀਅਰ ਹੈ 3rd ਹਾਈਐਸਟ ਆਈਲੈਂਡ ਪੀਕ ਆ ਅੰਡੇਮਾਨ ਨਿਕੋਬਾਰ ਦੀ। ਇਹਦਾ ਨਾਮ ਇਸ ਕਰਕੇ ਬਦਲਿਆ ਗਿਆ ਕਿਉਂਕਿ ਇਸ ਜਿਹੜੀ ਸਾਡੀ ਮਾਊਂਟੇਨ ਆ ਇੱਥੇ ਇੱਕ ਜੇਲ੍ਹ ਹੁੰਦੀ ਸੀਗੀ ਜਿੱਥੇ ਕਿ ਮਣੀਪੁਰ ਦੇ ਕੁਝ ਫਰੀਡਮ ਫਾਈਟਰਸ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ 1891 ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਹੀ, ਫਰੀਡਮ ਫਾਈਟਰਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਿਹੜੇ ਮਣੀਪੁਰ ਦੇ ਸੀਗੇ ਇਹਦਾ ਨਾਮ ਰੱਖ ਦਿੱਤਾ ਗਿਆ ਮਾਊਂਟ ਮਣੀਪੁਰ। ਹੁਣ ਅਸੀਂ ਦੇਖਦੇ ਹਾਂ ਇਹਦਾ ਮੈਪ। ਜੇ ਆਪਾਂ ਮਾਊਂਟ ਹੈਰੀਅਤ ਦੀ ਗੱਲ ਕਰੀਏ ਜਿਹਦਾ ਨਾਮ ਬਦਲਿਆ ਗਿਆ, ਅਤੇ ਸਾਨੂੰ ਇੱਥੇ ਮਿਲਦੀ ਹੈ ਜੀ, ਠੀਕ ਹੈ। ਮਾਊਂਟ ਹੈਰੀਅਰ ਇਹ ਹੈਗੀ ਆ। ਉਸ ਤੋਂ ਬਾਅਦ ਅਸੀਂ ਹੋਰ ਥੋੜ੍ਹਾ ਜਿਹਾ ਮੈਪ ਨੂੰ ਧਿਆਨ ਨਾਲ ਦੇਖਦੇ ਹਾਂ ਅੰਡੇਮਾਨ ਨਿਕੋਬਾਰ ਦਾ, ਕਿਉਂਕਿ ਇੱਥੋਂ ਕੁਐਸਚਨ ਬਣ ਜਾਂਦਾ ਹੁੰਦਾ, ਠੀਕ ਹੈ। ਇਹ ਹੈ ਸਾਡੇ ਕੋਲ ਇੰਡੀਆ, ਅਤੇ ਇੰਡੀਆ ਦੇ ਜੋ ਬੇ ਆਫ ਬੰਗਾਲ ਵਾਲਾ ਪਾਰਟ ਆ ਉੱਥੇ ਸਾਨੂੰ ਮਾਊਂਟ ਸਾਡੀ ਜਿਹੜੀ ਅੰਡੇਮਾਨ ਨਿਕੋਬਾਰ ਉਹ ਮਿਲਦੀ ਆ। ਅੰਡੇਮਾਨ ਨਿਕੋਬਾਰ ਦੇ ਦੋ ਪਾਰਟ ਨੇ, ਪਹਿਲਾ ਹੈਗਾ ਅੰਡੇਮਾਨ, ਦੂਜਾ ਹੈਗਾ ਨਿਕੋਬਾਰ। ਸਭ ਤੋਂ ਪਹਿਲਾਂ ਸਾਡੇ ਕੋਲ ਨਾਰਥ ਅੰਡੇਮਾਨ ਆ, ਫਿਰ ਮਿਡਲ ਅੰਡੇਮਾਨ ਆ, ਫਿਰ ਸਾਡੇ ਕੋਲ ਲੋਅਰ ਅੰਡੇਮਾਨ ਆ। ਇਹਦੀ ਕੈਪੀਟਲ ਹੈਗੀ ਆ ਪੋਰਟ ਬਲੇਅਰ। ਇੱਥੇ ਸਾਡੇ ਕੋਲ ਅੰਡੇਮਾਨ ਸੀ ਮਿਲਦਾ ਆ। ਫਿਰ ਲਿਟਲ ਅੰਡੇਮਾਨ ਆ, ਸਾਡੇ ਕੋਲ ਕਾਰ ਨਿਕੋਬਾਰ ਆ, ਨਿਕੋਬਾਰ ਆਈਲੈਂਡਸ ਨੇ ਸਾਡੇ ਕੋਲ, ਠੀਕ ਹੈ। ਅਤੇ ਇੱਕ ਲਾਈਨ ਆ ਜੋ ਕਿ ਡਿਵਾਈਡ ਕਰਦੀ ਆ ਅੰਡੇਮਾਨ ਨਿਕੋਬਾਰ ਨੂੰ, ਹੈਗੀ ਆ 10 ਡਿਗਰੀ ਚੈਨਲ ਆ ਰਿਹਾ ਜੀ। ਅੰਡੇਮਾਨ ਐਂਡ ਨਿਕੋਬਾਰ ਨੂੰ ਡਿਵਾਈਡ ਕਰਨ ਵਾਲੀ ਜਿਹੜੀ ਲਾਈਨ ਉਹਦਾ ਨਾਮ ਹੈਗਾ ਸਾਡੇ ਕੋਲ 10 ਡਿਗਰੀ ਚੈਨਲ।
ਇਸ ਵਾਰ ਦੇ ਸੀਡੀਐਸ ਦੇ ਐਗਜ਼ਾਮ ਦੇ ਵਿੱਚ ਵੀ ਇਹ ਕੁਐਸਚਨ ਆ ਚੁੱਕਾ ਸੀਗਾ। ਕਿਵੇਂ ਆਇਆ ਸੀਗਾ, ਉਹਨਾਂ ਨੇ ਪੁੱਛਿਆ ਸੀਗਾ ਕਿ 10 ਡਿਗਰੀ ਚੈਨਲ ਕਿਹਨੂੰ ਡਿਵਾਈਡ ਕਰਦੀ ਆ। ਸਭ ਨੂੰ ਪਤਾ ਸੀਗਾ ਅੰਡੇਮਾਨ ਨਿਕੋਬਾਰ ਨੂੰ, ਉਹਨਾਂ ਨੇ ਥੋੜ੍ਹਾ ਡਿਫੀਕਲਟ ਕਰਤਾ। ਉਹਨਾਂ ਨੇ ਪੁੱਛ ਲਿਆ ਮਿਡਲ ਅੰਡੇਮਾਨ, ਲੋਅਰ ਅੰਡੇਮਾਨ, ਲੇਕਿਨ ਉਹਦਾ ਆਨਸਰ ਕੀ ਸੀਗਾ, ਲਿਟਲ ਅੰਡੇਮਾਨ ਤੇ ਕਾਰ ਨਿਕੋਬਾਰ ਨੂੰ। ਠੀਕ ਹੈ, ਇੱਦਾਂ ਦੇ ਕੁਐਸਚਨ ਬਣਦੇ ਆ। ਮੈਂ ਤਾਂ ਦੱਸ ਰਿਹਾ ਤਾਂ ਕਿ ਜਦੋਂ ਪੜ੍ਹੋ ਤਾਂ ਇਹ ਚੀਜ਼ਾਂ ਨੂੰ ਤੁਸੀਂ ਧਿਆਨ 'ਚ ਜ਼ਰੂਰ ਰੱਖੋ। ਇਹਦੇ ਨਾਲ ਹੀ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਕੰਪਲੀਟ। ਇਹ ਸੀਗੇ ਸਾਡੇ ਅੱਜ ਦੇ ਇੰਪੋਰਟੈਂਟ ਟੌਪਿਕ ਜੋ ਕਿ ਕਰੰਟ ਅਫੇਅਰ ਦਾ ਪਾਰਟ ਨੇ। ਉਮੀਦ ਹੈ ਤੁਹਾਨੂੰ ਵੀਡੀਓ ਕਾਫੀ ਵਧੀਆ ਲੱਗੀ ਹੋਊਗੀ, ਅਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਕਮੈਂਟ ਕਰੋ, ਜੋ ਵੀ ਕੁਐਸਚਨ ਪੁੱਛੇ ਉਹਨਾਂ ਦੇ ਆਨਸਰ ਜ਼ਰੂਰ ਦਿਓ, ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨਾਲ ਕਰੋ। ਅਤੇ ਕੋਈ ਵੀ ਕੁਐਰੀ ਹੈ ਤੁਹਾਡੀ UPSC ਨੂੰ ਲੈ ਕੇ, PPSC ਨੂੰ ਲੈ ਕੇ ਜਾਂ PCS ਨੂੰ ਲੈ ਕੇ, ਤਾਂ ਤੁਸੀਂ ਮੈਨੂੰ ਇਸ ਜੋ ਮੇਰਾ ਨੰਬਰ ਦਿੱਤਾ ਗਿਆ 'ਤੇ ਕੰਟੈਕਟ ਕਰ ਸਕਦੇ ਹੋ। ਜਾਂ ਕੋਈ ਵੀ ਪੰਜਾਬ ਦਾ ਜੋ ਐਗਜ਼ਾਮ ਆਉਣ ਵਾਲਾ ਹੈ ਉਹਦੇ ਰਿਲੇਟਡ ਕੋਈ ਵੀ ਤੁਹਾਡੀ ਕੁਐਰੀ ਆ ਤਾਂ ਵੀ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜੀ। ਓਕੇ ਜੀ, ਥੈਂਕ ਯੂ, ਹੈਵ ਅ ਨਾਈਸ ਡੇ।